ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਆਪ ਲਿਏ ਲੜ ਲਾਏ, ਦਰ ਦਰਵੇਸ਼ ਸੇ। ਤਿਨ ਧਨ ਜਣੇ ਦੀ ਮਾਓ, ਆਏ ਸਫਲ ਸੇ। ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ, ਆਪ ਗਵਾਇਆ। ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ। ਸੱਚ ਹਿਰਦੈ ਮੋਹੇ ਸੱਚ, ਸੱਚ ਸੁਹਾਇਆ। ਗੁਰਮੁਖ ਜਨਮ ਸਵਾਰ, ਗੁਰਮੁਖ ਜਨਮ ਸਵਾਰ। ਜਗਤ ਤਰਾਇਆ, ਬੇਸੁਮਾਰ ਅਥਾਹ ਅਗਨਤ ਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਰੋੜਾ ਹੁਆ ਤਾ ਕਿਆ ਪਿਆ, ਪੰਥੀ ਕਉ ਦੁਖ ਦੇ। ਐਸਾ ਤੇਰਾ ਦਾਸ ਹੈ, ਜੋ ਧਰਨੀ ਮਹਿਖੇ। ਕਬੀਰ ਖੇਹ ਹੁਈ ਤਉ ਕਿਆ ਪਿਆ, ਜੋ ਉਡ ਲਾਗੈ ਅੰਗ। ਹਰ ਜਨ ਐਸਾ ਚਾਹੀਐ, ਜਿਉ ਪਾਨੀ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਰਹਿਮਤ ਹੈ, ਦਇਆ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਦੱਸੀ ਹੋਈ ਗੁਰਮੁਖੀ ਜੀਵਨ ਦੀ ਕਾਰ ਨੂੰ ਕਮਾਉਂਦਿਆਂ ਸ਼ਬਦ ਦੇ ਨਾਲ ਜੁੜ ਕੇ ਆਪਣੇ ਅੰਤਰੀਵ ਜੀਵਨ ਦੀ ਘਾੜਤ ਕੱਢਦਿਆਂ ਸਤਿਗੁਰੂ ਕੇ ਚਰਨਾਂ ਦੇ ਨਾਲ ਪ੍ਰੀਤ ਭਾਵਨਾ ਦ੍ਰਿੜ ਕਰਦਿਆਂ ਕੀਰਤਨ ਰੂਪ ਦੇ ਵਿੱਚ ਗੁਰੂ ਕੀ ਬਖਸ਼ਿਸ਼ ਨੂੰ ਆਪ ਜੀ ਮਾਨਣ ਦਾ ਯਤਨ ਕਰ ਰਹੇ ਸੀ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਦਾ ਅਪਾਰ ਤਰਸ ਹੈ, ਸਾਨੂੰ ਆਪਣੀ ਪਾਵਨ ਬਾਣੀ ਦੀ ਸ਼ਬਦ ਵਿਚਾਰ ਸ਼ਰਵਣ ਕਰਨ ਦਾ, ਕਥਨ ਦਾ ਇੱਕ ਮਹਾਂ ਬਖਸ਼ਿਸ਼ ਭਰਿਆ ਅਵਸਰ ਬਖਸ਼ਿਸ਼ ਕਰਕੇ ਨਵਾਜਿਆ ਹੈ ਜੀ। ਆਪ ਜੀ ਗੁਰੂ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਗਿਆਨ ਦੇ ਗੁਹਜ ਅਤੇ ਸੂਤਰਕ ਉਪਦੇਸ਼ਾਂ ਨੂੰ
ਅਨੁਭਵਾਂ ਨੂੰ ਸ਼ਲੋਕ ਰੂਪ ਦੇ ਵਿੱਚ, ਵਿਚਾਰ ਰੂਪ ਦੇ ਵਿੱਚ ਸ਼ਰਵਣ ਕਰਕੇ ਮਾਨਣ ਦਾ, ਗਿਆਨਮਈ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਪ੍ਰਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਰੋੜਾ ਹੁਆ ਤਾ ਕਿਆ ਭਇਆ, ਪੰਥੀ ਕਉ ਦੁਖ ਦੇ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਜਿਸ ਵਿਸ਼ੇਗਤ ਸ਼ਲੋਕਾਂ ਦੀ ਆਪ ਜੀ ਦੇ ਸਨਮੁਖ ਵਿਚਾਰ ਕੱਲ੍ਹ ਰੋਜ਼ ਤੋਂ ਪ੍ਰਾਰੰਭ ਕੀਤੀ ਸੀ ਕਿ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਾਡੇ ਜੀਵਨ ਦਾ ਅਧਿਆਤਮਕ ਜਿਹੜਾ ਮਨੋਰਥ ਹੈ, ਅਧਿਆਤਮਕ ਜਿਹੜੀ ਮੰਜ਼ਿਲ ਹੈ, ਉਹ ਸਪਸ਼ਟ ਕਰਦਿਆਂ ਉਹਦੀ ਪ੍ਰਾਪਤੀ ਲਈ ਕੀ ਕਰਮ ਹੋਣੇ ਚਾਹੀਦੇ ਨੇ। ਸਾਡੀ ਮੰਜ਼ਿਲ ਅਧਿਆਤਮਕ ਰੂਪ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇਸ ਪ੍ਰਕਾਰ ਤਸੱਵਰ ਕੀਤੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਸ ਨੇ ਪ੍ਰਭੂ ਵਰਗਾ ਅਸੀਮ ਗੁਣਾਂ ਦੇ ਨਾਲ ਭਰਪੂਰ ਹੋਣਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਏਡਾ ਵੱਡਾ ਕੋਈ ਭਗਤ ਸਾਧਕ ਹੋਵੇ ਕਿ ਜਿਹਨੂੰ ਦੇਖਿਆ ਹੀ ਪਰਮੇਸ਼ਰ ਦੇ ਸਮੁੱਚੇ ਰੂਪ ਦੀ ਜਿਹੜੀ ਮੂਰਤ ਹੈ, ਗਿਆਨ ਹੈ, ਪ੍ਰਗਟ ਹੋ ਜਾਵੇ। ਏਡਾ ਵੱਡਾ ਕੋਈ ਰੱਬ ਦਾ ਦਾਸ ਚਾਹੀਦਾ ਹੈ। ਨਹੀਂ ਤਾਂ ਛੋਟੇ ਮੋਟੇ ਗੁਣਾਂ ਵਾਲੇ, ਥੋੜ੍ਹੀ ਜਿਹੀ ਸਮਰੱਥਾ ਵਾਲੇ ਦਾਸ ਧਰਤੀ 'ਤੇ ਅਧਿਆਤਮਿਕਤਾ ਦਾ ਜਿਹੜਾ ਕਰਮ ਹੈ ਉਹਨੂੰ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਕਰ ਸਕਦੇ। ਅਸੀਂ ਦੁਨਿਆਵੀ ਨੁਕਤੇ ਤੋਂ ਇਸ ਗੱਲ ਨੂੰ ਜੇ ਸਮਝਣ ਦਾ ਯਤਨ ਕਰੀਏ, ਦੁਨਿਆਵੀ ਮੈਂ ਤਾਂ ਅੱਜ ਕਰਦਾ ਕਿਉਂਕਿ ਸਾਡਾ ਜ਼ਿਆਦਾ ਅਭਿਆਸ ਸੰਸਾਰਿਕ ਹੈ। ਅਸੀਂ ਦੁਨਿਆਵੀ ਤਲ 'ਤੇ ਜਿਉਂਦੇ ਹਾਂ, ਗੁਰੂ ਘਰ ਦੀ ਹਾਜ਼ਰੀ ਸਾਡੀ 1-2 ਘੰਟੇ ਦੀ ਹੈ। ਜੇ ਘਰ ਜਾ ਕੇ ਵੀ ਸ਼ਬਦ ਦਾ ਚਿੰਤਨ ਕਰਦੇ ਹੋਵਾਂਗੇ ਤਾਂ ਉਹ ਵੀ 2-3 ਘੰਟੇ ਦਾ ਹੋਏਗਾ, ਇਸ ਤੋਂ ਵਧੇਕ ਕਿਸੇ ਦਾ ਹੀ ਹੋਏਗਾ। ਇਸ ਕਰਕੇ ਦੁਨਿਆਵੀ ਨੁਕਤੇ ਤੋਂ ਸਮਝਣ ਦਾ, ਸਮਝਾਉਣ ਦਾ ਯਤਨ ਤਾਂ ਹੁੰਦਾ ਹੈ ਕਿ ਉਹਦੇ ਵਿੱਚ ਵੀ ਗਿਆਨ ਦੇ ਕੁਝ ਸੂਤਰਕ ਪਏ ਹਨ। ਬੱਚੇ ਕਿਸੇ ਵੱਡੇ ਵਿਗਿਆਨਕ ਨੂੰ ਆਪਣਾ ਆਦਰਸ਼ ਬਣਾ ਲੈਂਦੇ ਨੇ, ਤਾਂ ਉਹਨੂੰ ਪ੍ਰੇਰਨਾ ਬਣਾ ਲੈਂਦੇ ਨੇ, ਉਹਦੇ ਵਰਗਾ ਬਣਨਾ ਹੈ। ਤਾਂ ਫਿਰ ਉਹਨਾਂ ਨੂੰ ਜਿਹੜੇ ਗਾਈਡ ਮਿਲਦੇ ਨੇ ਉਹ ਫਿਰ ਉਸ ਵਿਗਿਆਨਕ ਦੀ ਜੀਵਨ ਤਰਜ਼ ਤੋਂ ਜਾਣੂ ਕਰਾਉਂਦੇ ਨੇ, ਉਹਦੀ ਆਟੋਬਾਇਓਗ੍ਰਾਫੀ ਪੜ੍ਹਾਉਂਦੇ ਨੇ, ਉਹਦੀਆਂ ਆਦਤਾਂ, ਉਹਦਾ ਜੀਵਨ ਕਿਹੋ ਜਿਹਾ ਸੀ, ਉਹਨੇ ਕਿਵੇਂ ਮਿਹਨਤ ਦੇ ਢੰਗ ਅਪਣਾਏ, ਇਹ ਸਾਰਾ ਕੁਝ ਉਹਨੂੰ ਦ੍ਰਿੜ ਕਰਾਉਂਦੇ ਨੇ। ਅਤੇ ਉਹਨੂੰ ਇੱਕ ਸਪਸ਼ਟ ਹੋ ਜਾਂਦਾ ਕਿ ਜਿਸ ਨੂੰ ਮੈਂ ਆਦਰਸ਼ ਮੰਨਿਆ ਉਹਦੇ ਤੱਕ ਜਾਣ ਲਈ ਮੈਨੂੰ ਕੀ ਕਰਨਾ ਪਏਗਾ। ਇੰਝ ਹੀ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਹਰ ਜਨ ਬਣਨਾ ਹੈ। ਜਿਹੜਾ ਹਰੀ ਵਰਗਾ ਹੋਵੇ ਤਾਂ ਸਭ ਤੋਂ ਪਹਿਲਾਂ ਹਉਮੈ ਦਾ ਨਾਸ਼ ਹੋਣਾ ਜ਼ਰੂਰੀ ਹੈ। ਅਤੇ ਹਉਮੈ ਦੇ ਨਾਸ਼ ਕਰਨ ਦਾ ਸਰਲ ਢੰਗ ਹੈ ਕਿ ਆਪਣੇ ਆਪ ਨੂੰ ਨਿਮਰ ਕਰ ਲਓ। ਨਿਮਰ ਦਾ ਭਾਵ ਹੈ ਕਿ ਕੋਈ ਵੀ ਤਾਣ ਹੈ, ਕੁਝ ਵੀ ਹੈ ਜੀਵਨ ਦੇ ਵਿੱਚ, ਸ਼੍ਰੇਸ਼ਟ ਹੈ, ਮੰਦਾ ਹੈ, ਕਿਸੇ ਵੀ ਪੱਖ ਦਾ ਹੈ, ਉਹਦਾ ਮਾਨਸਿਕ ਭਾਵ, ਯਾਦਾਸ਼ਤ ਭਾਵ ਆਪਣੇ ਕੋਲ ਰੱਖੋ ਹੀ ਨਾ। ਜਿਵੇਂ ਅੱਜ ਅਸੀਂ ਇੱਕ ਤਾਂ ਪ੍ਰਾਣਾਂ ਦੇ ਆਧਾਰ 'ਤੇ ਜਿਉਂਦੇ ਹਾਂ, ਇੱਕ ਆਤਮਿਕ ਜੋਤ ਦਾ ਆਧਾਰ ਹੈ, ਪਰ ਇੱਕ ਸਾਡੀ ਸਿਮਰਤੀ ਦਾ ਵੀ ਆਧਾਰ ਹੈ। ਸਿਮਰਤੀ ਦਾ ਆਧਾਰ ਹੈ ਰਾਤ ਵੇਲੇ ਨੀਂਦ ਵਿੱਚ ਸੌਂਦੇ ਹਾਂ, ਕੁਝ ਨਹੀਂ ਪਤਾ ਹੁੰਦਾ ਸਾਡਾ ਰੂਪ, ਰੰਗ, ਜਾਤ, ਜਨਮ, ਕੁੱਲ ਕੀ ਹੈ, ਨਹੀਂ ਹੈ। ਬਸ ਸਵੇਰੇ ਉੱਠਦਿਆਂ ਹੀ ਅਸੀਂ ਆਪਣੀ ਫਿਰ ਸਿਮਰਤੀ ਦਾ ਚੋਲਾ ਆਪਣੇ ਉੱਪਰ ਪਾ ਲੈਂਦੇ ਹਾਂ। ਮੈਂ ਵਿਦਵਾਨ ਹਾਂ, ਅਮੀਰ ਹਾਂ, ਇਹਨਾਂ ਚੋਲਿਆਂ ਦੇ ਨਾਲ ਅਸੀਂ ਸਾਰਾ ਦਿਨ ਵਿਚਰਦੇ ਹਾਂ। ਇਸ ਦੇ ਸਾਰੇ ਮਾਨਸਿਕ ਭਾਵ ਨੂੰ ਛੱਡ ਦੇਣਾ ਹੀ ਨਿਮਰਤਾ ਦਾ ਗੁਣ ਗ੍ਰਹਿਣ ਕਰਨਾ। ਅਤੇ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ, ਰੋੜਾ ਹੋਏ ਰਹੋ ਬਾਟਕਾ, ਰਸਤੇ ਦੇ ਰੋੜੇ ਵਾਂਗ ਰਹੋ, ਤਾਂ ਕਿ ਠੋਕਰਾਂ ਪੈਂਦੀਆਂ ਰਹਿਣ, ਉਹਨਾਂ ਠੋਕਰਾਂ ਨੂੰ ਜਰਦੇ ਵੀ ਰਹੋ ਪਰ ਫਿਰ ਵੀ ਜ਼ਮੀਨ ਦੇ ਨਾਲ ਜੁੜੇ ਰਹੋ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੀ ਸਾਧਨਾ ਕਰਦਿਆਂ ਵੀ ਇੱਕ ਸਮੱਸਿਆ ਸਮਝ ਆਉਂਦੀ ਹੈ। ਉਹ ਸਮੱਸਿਆ ਦਾ ਜ਼ਿਕਰ ਅੱਜ ਵਾਲੇ ਸ਼ਲੋਕ ਵਿੱਚ ਕਰਦੇ ਹਨ। ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕਉ ਦੁਖ ਦੇ। ਹੁਣ ਹਉਮੈ ਦੇ ਨਾਸ਼ ਲਈ ਨਿਮਰਤਾ ਧਾਰਨ ਕਰ ਲਈ। ਨਿਮਰਤਾ ਧਾਰਨ ਕਰਕੇ ਬੋਲ ਕਬੋਲ ਉਸਤਤ ਨਿੰਦਿਆ ਨੂੰ ਸਹਾਰਨਾ, ਸੁਣਨਾ ਸ਼ੁਰੂ ਕਰ ਦਿੱਤਾ, ਪਰ ਮਨ ਦੇ ਅੰਦਰੋਂ ਉਹਦੇ ਰਿਸ ਭਾਵ ਨਹੀਂ ਜਾਂਦੇ ਹਨ।
ਜਿਵੇਂ ਰੋੜੇ ਨੇ ਚੋਟ ਤਾਂ ਖਾ ਲਈ ਪਰ ਰੋੜੇ ਦਾ ਆਕਾਰ ਨਹੀਂ ਬਦਲਿਆ। ਕਿਸੇ ਆਪਣੇ ਅਵਗੁਣਾ ਕਰਕੇ ਜਾਂ ਕਿਸੇ ਵੀ ਢੰਗ ਦੇ ਨਾਲ ਉਸਤਤ ਨਿੰਦਿਆ ਭਰੇ ਬੋਲ ਸੁਣ ਤਾਂ ਲਏ, ਉਹਨਾਂ ਦੇ ਪ੍ਰਤੀ ਕੋਈ ਇਤਰਾਜ਼ ਵੀ ਪ੍ਰਗਟ ਨਾ ਕੀਤਾ, ਪਰ ਆਪਣੀ ਹਾਲਤ ਨਹੀਂ ਬਦਲੀ। ਕਈ ਵਾਰੀ ਨਿਮਰਤਾ ਐਸੀ ਹੋ ਜਾਂਦੀ। ਇਸ ਕਰਕੇ ਆਪ ਦੇ ਸਨਮੁਖ ਬੇਨਤੀ ਕੀਤੀ ਸੀ ਕਿ ਨਿਮਰਤਾ ਨੂੰ ਇਕੱਲਾ ਨੈਤਿਕ ਗੁਣ ਨਾ ਸਮਝ ਲੈਣਾ। ਜੇ ਨੈਤਿਕ ਗੁਣ ਸਮਝਾਂਗੇ ਤਾਂ ਇਹਦਾ ਇੱਕ ਪੱਖ ਹੀ ਹੋਏਗਾ। ਇਹਨੂੰ ਅਧਿਆਤਮਿਕ ਗੁਣ ਦੇ ਵਿੱਚ ਤਬਦੀਲ ਕਰਨਾ, ਕਿਉਂਕਿ ਹਉਮੈ ਦਾ ਨਾਸ਼ ਕਰਨਾ ਇਹਦੇ ਲਈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਰੋੜਾ ਹੋ ਗਿਆ, ਰਸਤੇ ਵਿੱਚ ਡਿੱਗ ਪਿਆ, ਭਾਵ ਕਿ ਮੁੱਖ ਤੋਂ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਨਿਮਰਤਾ ਧਾਰਨ ਕੀਤੀ ਹੈ। ਕਿਸੇ ਦੇ ਕਹੇ ਬੋਲਾਂ ਦਾ ਇਤਰਾਜ਼ ਵੀ ਨਹੀਂ ਕਰਦਾ, ਪਰ ਮਨ ਦੇ ਵਿੱਚੋਂ ਰਿਸ ਨਹੀਂ ਜਾ ਰਹੀ। ਹੁਣ ਜਿਵੇਂ ਮਾਰਗ ਦੇ ਵਿੱਚ ਕਈ ਰੋੜੇ ਪਏ ਹੁੰਦੇ ਨੇ, ਬੜੀਆਂ ਚੋਟਾਂ ਵੱਜਦੀਆਂ ਨੇ, ਪਰ ਨਾ ਉਹ ਟੁੱਟਦੇ, ਨਾ ਉਹਨਾਂ ਦਾ ਆਕਾਰ ਬਦਲਦਾ, ਉਵੇਂ ਦਾ ਰਹਿੰਦੇ ਨੇ। ਬਸ ਇੰਨਾ ਕੀਤਾ ਕਿ ਹੁਣ ਪਹਿਲਾਂ ਇਤਰਾਜ਼ ਕਰ ਦਿੰਦੇ ਸੀ, ਹੁਣ ਕਰਦੇ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਨਿਮਰਤਾ, ਹੁਣ ਇਹਨੂੰ ਇਹਦਾ ਮਨੋਵਿਗਿਆਨਕ ਪੱਖ ਸਮਝਣ ਦਾ ਯਤਨ ਕਰੀਏ। ਕਿਉਂਕਿ ਨਿਮਰਤਾ ਦਾ ਜੇ ਅਸੀਂ ਇਹਨੂੰ ਅਧਿਆਤਮਿਕ ਗੁਣ ਵਜੋਂ ਵਾਚਾਂਗੇ ਤਾਂ ਇਸ ਦਾ ਅੰਦਰੂਨੀ ਜੀਵਨ ਕਮਾਉਣ ਦਾ ਯਤਨ ਕਰਾਂਗੇ। ਅੰਦਰੂਨੀ ਦਾ ਭਾਵ ਕੀ ਹੈ ਕਿ ਹੁਣ ਕਿਸੇ ਇਸ ਨੁਕਤੇ ਨੂੰ ਇਸੇ ਹੀ ਗੱਲ ਦੇ ਨਾਲ ਸਮਝਣ ਦਾ ਯਤਨ ਕਰੀਏ। ਕਿਸੇ ਨੇ ਬੋਲ ਕੁਬੋਲ ਕਹੇ, ਸੁਣ ਲਏ। ਹੁਣ ਮਨ ਦੇ ਅੰਦਰੋਂ ਰਿਸ ਨਹੀਂ ਜਾ ਰਹੀ, ਅਤੇ ਇਹਦੇ ਵਿੱਚ ਮਨ ਕਾ ਅਭਿਮਾਨ ਕਿਵੇਂ ਕੰਮ ਕਰਦਾ ਹੈ। ਕਿਉਂਕਿ ਬਾਹਰੀ ਤੌਰ 'ਤੇ ਆਪਣੀ ਹਸਤੀ ਦਾ ਮੁਨਕਰ ਹੋ ਗਏ, ਮਨਫੀ ਕਰ ਦਿੱਤਾ ਕਿ ਸਾਡੀ ਕੋਈ ਹਸਤੀ ਨਹੀਂ, ਪਰ ਮਨ ਦੇ ਅਭਿਮਾਨ ਨੇ ਅੰਦਰਲੇ ਪਾਸੇ ਇੱਕ ਸੁਰ ਪੱਕੀ ਕਰਕੇ ਰੱਖੀ ਕਿ ਨਹੀਂ, ਇਹ ਦੁਨੀਆ ਨੂੰ ਨਿਮਰਤਾ ਦਾ ਰੂਪ ਦਿਖਾਓ, ਪਰ ਅੰਦਰ ਉਹੀ ਬਣਿਆ ਰਹੇ। ਬਾਹਰੋਂ ਪ੍ਰਤੀਤ ਬਣੀ ਰਵੇ ਕਿ ਇਹ ਨਿਮਰਤਾ ਦੇ ਵਿੱਚ ਗੁੜ ਗਿਆ। ਇਸ ਕਰਕੇ ਕਿਸੇ ਦੇ ਬੋਲ ਸੁਣ ਲਏ, ਉਹਨੂੰ ਜਰ ਵੀ ਲਿਆ, ਪਰ ਅੰਦਰੋਂ ਉਹ ਪੂਰੀ ਤਰ੍ਹਾਂ ਨਹੀਂ ਢਲੇ। ਜੇ ਢਲ ਜਾਣ ਤਾਂ ਇਹ ਵੀ ਨਹੀਂ ਯਾਦ ਰਹੇਗਾ ਕਿ ਮੈਨੂੰ ਕਿਸੇ ਨੇ ਕੁਝ ਮਾੜਾ ਕਿਹਾ ਸੀ ਜਾਂ ਉਹਦਾ ਮਾੜਾ ਮੈਂ ਸੁਣਿਆ ਸੀ। ਜਿਵੇਂ ਗੁਰਬਾਣੀ 'ਚ ਨਾ ਅਸੀਂ ਵਾਕ ਪੜ੍ਹਦੇ ਹਾਂ ਕਿ ਜਿਹੜਾ ਸੰਤ ਦਾ ਨਿੰਦਕ ਹੈ, ਉਹ ਸੰਤ ਉਹਨੂੰ ਫਿਰ ਉਭਾਰ ਲੈਂਦਾ ਹੈ। ਹੁਣ ਇਹਦਾ ਭਾਵ ਹੈ ਕਿ ਸੰਤ ਦੇ ਜੀਵਨ ਵਿੱਚ ਜਿਹੜੀ ਨਿਮਰਤਾ ਢਲੀ ਹੁੰਦੀ ਹੈ, ਜਦੋਂ ਕੋਈ ਉਹਦੇ ਨਾਲ ਨਿੰਦਕ ਹੋ ਕੇ ਪੇਸ਼ ਆਉਂਦਾ, ਸੰਤ ਨੂੰ ਉਹ ਨਿੰਦਕ ਰੂਪ ਦੇ ਵਿੱਚ ਸੁਣਾਈ ਦਿੰਦਾ ਹੀ ਨਹੀਂ। ਸੰਤ ਉਹਦੀ ਪਵਿੱਤਰਤਾ ਦੇਖਦਾ ਹੈ। ਇਸ ਕਰਕੇ ਨਿਮਰਤਾ ਉਹ ਅਵਸਥਾ ਹੈ ਜਿਹਦੇ ਵਿੱਚ ਮਾਲਕ ਦੇ ਰਮੇ ਹੋਏ ਰੂਪ ਨੂੰ ਸ਼ੁਭ ਨੁਕਤੇ ਤੋਂ ਦੇਖਿਆ ਜਾਂਦਾ ਹੈ, ਅਤੇ ਸ਼ੁਭ ਨੁਕਤਾ ਜਿਹੜਾ ਉਹਦੇ ਅਮਲ ਵਿੱਚ ਪਿਆ ਹੋਵੇ, ਉਹਦੇ ਸੁਭਾਅ ਵਿੱਚ ਪਿਆ ਹੋਵੇ। ਤਾਂ ਕਰਕੇ ਸੰਤ ਅਕਿਰਤ ਘਣ ਨੂੰ ਵੀ ਬਖਸ਼ ਲੈਂਦਾ ਹੈ। ਸਾਡੀ ਨਿਮਰਤਾ ਨੇ ਬੋਲ ਜਰ ਲਿਆ ਅਗਲੇ ਦਾ, ਪਰ ਜਦੋਂ ਉਹਦਾ ਦੁਬਾਰਾ ਉਹਦੇ ਵੱਲ ਪਰਤਾਉਣਾ ਸੀ, ਅਤੇ ਜੇ ਪਰਤਾਇਆ ਵੀ, ਜੇ ਮੰਨ ਲਓ ਬੋਲ ਕੇ ਨਹੀਂ ਪਰਤਾਇਆ, ਤਾਂ ਉਹਨੂੰ ਆਪਣੇ ਮਨ ਦੇ ਰਿਸ ਭਾਵਾਂ ਦੇ ਨਾਲ ਪ੍ਰਗਟਾ ਦਿੱਤਾ। ਤਾਂ ਕਿਹਾ ਨਾ ਕਿ ਰੋੜਾ ਹੁਆ ਤਾਂ ਕਿਆ ਪਿਆ। ਠੀਕ ਹੈ ਕਿ ਤੂੰ ਕਿਸੇ ਦੇ ਬੋਲ ਕਬੋਲ ਜਰ ਲੈਣਾ ਹੈ, ਪਰ ਦੁਬਾਰਾ ਜਦੋਂ ਕਦੇ ਤੈਨੂੰ ਮੌਕਾ ਮਿਲਦਾ, ਜੇ ਨਹੀਂ ਵੀ ਤੂੰ ਜ਼ੁਬਾਨ ਤੋਂ ਬੋਲਦਾ, ਅਤੇ ਤੇਰੇ ਮਨ ਦੇ ਵਿੱਚ ਉਹ ਰਿਸ ਬਣੀ ਰਹਿੰਦੀ ਹੈ, ਜਿਹੜੀ ਬਾਰ-ਬਾਰ ਮਾਨਸਿਕ ਖਿਆਲ ਬਣ ਕੇ ਆਉਂਦੀ ਰਹਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਬਣੀ ਦਾ ਮਤਲਬ ਨਿਮਰਤਾ ਜੇ ਧਾਰਨ ਕੀਤੀ ਹੈ, ਮੌਖਿਕ ਤੌਰ 'ਤੇ ਅੰਦਰ ਨਹੀਂ ਢਲ ਰਹੀ। ਸੰਤ ਨੇ ਅੰਦਰ ਵੀ ਧਾਰਨ ਕੀਤੀ ਹੈ। ਇਸ ਕਰਕੇ ਉਹੀ ਅਕਿਰਤ ਘਣ ਜਿਹਨੇ ਕੱਲ੍ਹ ਉਹਦਾ ਅਪਮਾਨ ਕੀਤਾ ਹੁੰਦਾ, ਅਗਲੇ ਦਿਨ ਸੰਤ ਉਹਦੇ ਸਿਰ 'ਤੇ ਮਿਹਰ ਦਾ ਹੱਥ ਰੱਖ ਰਿਹਾ ਹੁੰਦਾ। ਕਿਉਂਕਿ ਸੰਤ ਦੇ ਤਰਫ ਉਹਨੇ ਜਿਹੜਾ ਚਿੱਕੜ ਉਛਾਲਿਆ, ਜਿਹੜੀ ਮੈਲ, ਜਿਹੜੀ ਨਫ਼ਰਤ ਉਛਾਲੀ, ਸੰਤ ਦੀ ਨਿਮਰਤਾ ਜਿਹੜੀ ਨੈਤਿਕ ਨਾ ਹੋ ਕੇ ਅੰਦਰੂਨੀ ਗੁਣ ਬਣ ਗਈ ਸੀ, ਅਤੇ ਉਹਨੇ ਉਹਨੂੰ ਆਪਣੇ ਵਿੱਚ ਜਜ਼ਬ ਕਰ ਲਿਆ। ਜਿਵੇਂ ਅੱਗ ਹੈ, ਗੁਰਬਾਣੀ 'ਚ ਨਾ ਵਾਕ ਆਉਂਦਾ ਹੈ, ਅਸੀਂ ਬ੍ਰਹਮ ਗਿਆਨੀ ਬਾਰੇ ਪੜ੍ਹਦੇ ਹਾਂ। ਬ੍ਰਹਮ ਗਿਆਨੀ ਕਿ ਉਹਦਾ ਸੁਭਾਅ ਕਿਵੇਂ ਨਾ, ਕਿ ਜਿਵੇਂ ਅਗਨ ਦਾ ਸਹਿਜ ਸੁਭਾਅ ਹੁੰਦਾ। ਅਗਨ ਦਾ ਕੀ, ਉਹਦੇ ਵਿੱਚ ਜੋ ਵੀ ਕਰੋ ਉਹਨੇ ਦਗਧ ਕਰ ਦੇਣਾ ਹੈ, ਉਹਦੇ ਰੂਪ ਬਦਲ ਦਿੰਦੀ ਹੈ। ਇਸ ਕਰਕੇ ਸੰਤ ਦੀ ਜਿਹੜੀ ਨਿਮਰਤਾ ਹੈ, ਉਹ ਹਰ ਚੀਜ਼ ਨੂੰ ਸ਼ੁੱਧਤਾ ਦੇ ਵਿੱਚ ਢਾਲ ਕੇ ਹੀ ਪ੍ਰਵਾਨ ਕਰਦੀ ਹੈ। ਤਾਂ ਕਿਵੇਂ ਇਸ ਗੱਲ ਦਾ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਸੰਤ ਦੀ ਜਦ ਕੋਈ ਨਿੰਦ ਕਰਦਾ ਹੈ, ਸੰਤ ਨੂੰ ਅਗਰ ਉਹ ਸੁਣਾਈ ਵੀ ਦਿੰਦੀ ਹੈ, ਤਾਂ ਉਹ ਸੰਤ ਨੂੰ ਇਸ ਨੁਕਤੇ ਤੋਂ ਸੁਣਾਈ ਦਿੰਦੀ ਹੈ ਕਿ ਇਹਦੇ ਜੀਵਨ 'ਚ ਅਗਿਆਨ ਛਾ ਗਿਆ, ਅੰਧਕਾਰ ਛਾ ਗਿਆ, ਅਤੇ ਹੁਣ ਇਹ ਭਟਕ ਰਿਹਾ ਹੈ।
ਕਹਿ ਭਾਵੇਂ ਸ਼ਬਦ ਉਹਨੂੰ ਰਿਹਾ ਹੁੰਦਾ ਬੰਦਾ ਕੋਈ ਜਿਹੜਾ ਵੀ ਕਿਸੇ ਸੰਤ ਪੁਰਖ ਨੂੰ, ਪਰ ਸੰਤ ਆਪਣੇ ਨਿਮਰਤਾ ਦੇ ਉੱਚਤਮ ਗੁਣ ਕਰਕੇ ਉਹਨੂੰ ਇਸ ਤਰ੍ਹਾਂ ਲੈ ਰਿਹਾ ਹੁੰਦਾ ਹੈ ਕਿ ਇਹਦੇ ਜੀਵਨ 'ਚ ਅਗਿਆਨ ਆ ਗਿਆ, ਅੰਧਕਾਰ ਆ ਗਿਆ, ਇਸ ਕਰਕੇ ਠੇਡੇ ਖਾ ਰਿਹਾ। ਅਤੇ ਨਿੰਦਿਆ, ਨਫ਼ਰਤ ਇਹ ਠੇਡੇ ਖਾਣ ਵਾਲੀ ਗੱਲ ਹੈ। ਜਦੋਂ ਬੰਦਾ ਗੁਣਾਂ ਦਾ ਵਣਜਾਰਾ ਨਾ ਰਹੇ ਫਿਰ ਅਵਗੁਣਾਂ ਦੀ ਤਰਫ ਚੱਲ ਪੈਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰੋੜਾ ਹੁਆ ਤਾਂ ਕਿਆ ਪਿਆ, ਰੋੜਾ ਹੋ ਕੇ ਮਾਰਗ 'ਤੇ ਟਿਕ ਗਿਆ। ਪਰ ਇਹਦੇ ਨਾਲ ਵੀ ਇਹਦਾ ਮਤਲਬ ਹੈ, ਰੋੜੇ ਹੋਣ ਦਾ ਮਤਲਬ ਮੌਖਿਕ ਤੌਰ 'ਤੇ ਨਿਮਰਤਾ ਧਾਰਨ ਕਰ ਲੈਣੀ ਜੀ, ਮੈਂ ਬੜਾ ਨਿਮਰ ਹਾਂ, ਮੈਂ ਕਿਸੇ ਦਾ ਗੁੱਸਾ ਨਹੀਂ ਕਰਦਾ, ਪਰ ਅੰਦਰ ਮਨ 'ਚ ਉਹੀ ਭਾਵਨਾ ਰਹਿਣੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਅੱਗੇ ਚੱਲਣਾ ਹੈ ਤਾਂ ਇਸ ਪ੍ਰਕਾਰ ਕਰੋ। ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿ ਖੇਹ, ਇਵੇਂ ਦੇ ਹੋ ਜਿਵੇਂ ਧਰਤੀ 'ਤੇ ਖੇਹ ਹੁੰਦੀ ਹੈ। ਰੋੜਾ ਤਾਂ ਫਿਰ ਵੀ ਉਹਦੀ ਇੱਕ ਹਸਤੀ ਬਣੀ ਰਹਿੰਦੀ ਹੈ, ਨਜ਼ਰ ਵੀ ਆਉਂਦੀ ਹੈ, ਟਕਰਾਉਂਦੀ ਵੀ ਹੈ। ਖੇਹ ਨਜ਼ਰ ਆਉਂਦੀ ਹੈ ਪਰ ਟਕਰਾਉਂਦੀ ਨਹੀਂ ਹੈ, ਪੈਰਾਂ ਦੇ ਹੇਠ ਰਹਿੰਦੀ ਹੈ, ਧੂੜ ਮਿੱਟੀ ਬਣ ਕੇ ਰਹਿੰਦੀ ਹੈ। ਹੁਣ ਇੱਥੇ ਖੇਹ ਹੋਣ ਦਾ ਜਿਹੜਾ ਗਿਆਨਾਤਮਕ ਭਾਵ ਕੀ ਹੈ ਕਿ ਬੋਲ ਕਬੋਲ ਸਹਾਰਦਿਆਂ ਸਹਾਰਦਿਆਂ ਆਪਣੇ ਆਪ ਨੂੰ ਵਾਚਣਾ ਸ਼ੁਰੂ ਕਰ ਦੇ। ਪਹਿਲੀ ਤਰਫ ਜਿਹੜੀ ਪਹਿਲਾ ਨਿਮਰਤਾ ਦਾ ਪੜਾਅ ਸੀ ਉਹਦੇ ਵਿੱਚ ਇਹ ਸੀ ਕਿ ਸੁਣ ਲੈਣੇ ਪਰ ਆਪਣੇ ਅੰਦਰ ਨਹੀਂ ਪਰਿਵਰਤਨ ਆਉਣਾ, ਅੰਦਰ ਉਹੋ ਜਿਹਾ ਹੀ ਬਣਾ ਕੇ ਰੱਖਣਾ। ਹੁਣ ਜਦੋਂ ਖੇਹ ਹੋਣ ਦੀ ਗੱਲ ਕਹਿ ਰਹੇ ਹਨ ਅਤੇ ਚੋਟਾਂ ਵੀ ਖਾ, ਅਤੇ ਉਹਨਾਂ ਚੋਟਾਂ ਨੂੰ ਖਾਂਦਿਆਂ ਖਾਂਦਿਆਂ ਥੋੜ੍ਹਾ ਥੋੜ੍ਹਾ ਆਪਣੀ ਹਸਤੀ ਦਾ ਪਰਿਵਰਤਨ ਵੀ ਕਰੀ ਜਾ। ਪਰਿਵਰਤਨ ਕਰਨ ਦਾ ਭਾਵ ਕੀ, ਹੁਣ ਇਸ ਨੁਕਤੇ ਨੂੰ ਇੱਕ ਲੜੀਵਾਰ ਨੁਕਤੇ ਤੋਂ ਆਪਦੇ ਸਨਮੁਖ ਰੱਖਦਿਆਂ ਪਹਿਲੀ ਦਫਾ ਕਿਸੇ ਦੇ ਬੋਲ ਸੁਣੇ ਮਨ 'ਚ ਰਿਸ ਬਣਦੀ ਹੈ। ਹੁਣ ਉਹ ਮਨ ਦੇ ਅਭਿਮਾਨ ਕਰਕੇ ਬਣਦੀ ਹੈ। ਹੁਣ ਬੋਲ ਸੁਣੇ ਨੇ ਤਾਂ ਖੇਹ ਵਰਗੀ ਹੋਣਾ ਹੈ, ਤਾਂ ਆਪਣੇ ਆਪਣੀ ਹਸਤੀ ਨੂੰ ਜਿਸ ਨੁਕਤੇ ਉੱਤੇ ਤੇਰੀ ਰਿਸ ਬਣ ਰਹੀ ਹੈ ਉਹਨੂੰ ਖੇਹ ਵਾਂਗ ਬਾਰੀਕ ਕਰ ਲੈ। ਰੋੜਾ ਵੱਡਾ ਹੈ ਪਰ ਖੇਹ ਬੜਾ ਛੋਟਾ ਕਾਣ ਹੁੰਦਾ ਹੈ। ਮਤਲਬ ਕਿ ਜਿਵੇਂ ਵਿਦਵਾਨ ਹੋਣ ਦੇ ਨਾਤੇ ਕਿਸੇ ਨੇ ਤੇਰੀ ਹਸਤੀ ਦਾ ਅਪਮਾਨ ਕਰ ਦਿੱਤਾ ਤਾਂ ਤੂੰ ਆਪਣੀ ਵਿਦਵਤਾ ਨੂੰ ਬੜੀ ਵੱਡੀ ਮੰਨ ਰਿਹਾ ਸਾਂ। ਹੁਣ ਆਪਣੇ ਮਨ ਦੇ ਅਭਿਮਾਨ ਨੂੰ ਨਿਵਾਰਨਾ ਹੈ ਅਤੇ ਖੇਹ ਵਰਗੇ ਹੋਣਾ ਹੈ। ਤਾਂ ਉਹਦਾ ਗਿਆਨਮਈ ਸਾਧਨਾ ਕੀ ਹੈ ਕਿ ਦੁਨੀਆ ਭਰ ਦੇ ਵਿਦਵਾਨਾਂ ਦੇ ਸਾਹਮਣੇ ਆਪਣੇ ਆਪ ਨੂੰ ਰੱਖ ਲੈ। ਜਦੋਂ ਦੇਖੇਗਾ ਕਿ ਦੁਨੀਆ ਭਰ ਦੇ ਵਿਦਵਾਨਾਂ ਦੇ ਸਾਹਮਣੇ ਰੱਖਿਆ ਤਾਂ ਫਿਰ ਆਪਣੀ ਹਸਤੀ ਤੈਨੂੰ ਬੜੀ ਛੋਟੀ ਨਜ਼ਰ ਆਏਗੀ, ਕਿਣਕੇ ਵਰਗੀ ਨਜ਼ਰ ਆਏਗੀ, ਕਿਉਂਕਿ ਪਹਿਲਾਂ ਵੱਡੀ ਮੰਨ ਰਿਹਾ ਸੀ, ਇਸ ਕਰਕੇ ਰੋਸ ਵੱਡਾ ਸੀ। ਹੁਣ ਆਪਣੀ ਹਸਤੀ ਨੂੰ ਕਿਣਕੇ ਦੇ ਸਮਾਨ ਸਮਝ ਲੈ। ਜਦੋਂ ਕਿਣਕੇ ਦੇ ਸਮਾਨ ਸਮਝੇਗਾ ਤਾਂ ਫਿਰ ਤੇਰੇ ਅੰਦਰ ਮਨ ਦਾ ਅਭਿਮਾਨ ਨਿਵਰਤ ਹੋ ਜਾਏਗਾ ਅਤੇ ਤੈਨੂੰ ਖੇਹ ਰੂਪ ਦੇ ਵਿੱਚ ਹੋਣ ਦੀ ਆਸਾਨੀ ਹੋਏਗੀ। ਬਾਰੀਕ ਕਰਨਾ ਪੈਂਦਾ ਹੈ ਆਪਣੇ ਆਪ ਨੂੰ ਕਈ ਚੀਜ਼ਾਂ ਦੇ ਪੱਧਰ 'ਤੇ ਜਾ ਕੇ, ਕਿਉਂਕਿ ਨਿਮਰਤਾ ਦਾ ਇੱਕ ਆਲਮ ਆਪਦੇ ਸਨਮੁਖ ਰੱਖਦਿਆਂ ਕਿ ਨਿਮਰਤਾ ਦੀ ਜਿਹੜੀ ਵੱਡੀ ਵਡਿਆਈ ਦੇਖਣੀ ਹੋਵੇ ਨਾ, ਉਹ ਚੀਜ਼ਾਂ ਦੇ ਵਿੱਚ ਪ੍ਰਗਟ ਹੁੰਦੀ ਹੈ। ਬੀਜ ਦੀ ਹਸਤੀ ਕਿੰਨੀ ਕੁ ਹੁੰਦੀ ਹੈ, ਬਹੁਤ ਛੋਟਾ ਹੁੰਦਾ ਹੈ ਬੀਜ, ਪਰ ਜਦੋਂ ਉਹ ਆਪਣੇ ਆਪ ਨੂੰ ਜਜ਼ਬ ਕਰ ਲੈਂਦਾ ਹੈ ਉਹਦਾ ਵਿਸਥਾਰ ਫਿਰ ਮੁੜ ਕੇ ਬੀਜ ਖਤਮ ਹੋ ਸਕਦਾ, ਪਰ ਜਦੋਂ ਬੀਜ ਆਪਣੇ ਆਪ ਨੂੰ ਜਜ਼ਬ ਕਰ ਲਏ ਜ਼ਮੀਨ 'ਚ ਫਿਰ ਖਤਮ ਨਹੀਂ ਹੋ ਸਕਦਾ। ਵਰਖਾ ਦੀਆਂ ਅਨੇਕਾਂ ਬੂੰਦਾਂ ਟਪਕਦੀਆਂ ਨੇ, ਪਰ ਜਿਹੜੀ ਬੂੰਦ ਸਿੱਪੀ ਵਿੱਚ ਪੈ ਜਾਂਦੀ ਹੈ ਉਹ ਮੋਤੀ ਬਣ ਜਾਂਦੀ ਹੈ। ਹੱਥਾਂ ਦੇ ਵਿੱਚ ਉਂਗਲ ਛੋਟੀ ਕਹੀ ਜਾਂਦੀ ਹੈ, ਸਭ ਤੋਂ ਵੱਧ ਜਿਹੜੇ ਅੰਗੂਠੀ ਆਦਿ ਇਹਦੇ ਵਿੱਚ ਪਹਿਨੇ ਜਾਂਦੇ ਹਨ। ਇਸੇ ਪ੍ਰਕਾਰ ਜਿਹੜੀ ਪਾਰਸ ਦੀ ਗੀਟੀ ਹੁੰਦੀ ਬੜੀ ਛੋਟੀ ਜਿਹੀ ਹੁੰਦੀ ਹੈ, ਪਰ ਸਾਰੀਆਂ ਧਾਤਾਂ ਨੂੰ ਕੰਚਨ ਕਰਨ ਦੇ ਸਮਰੱਥ ਹੁੰਦੀ ਹੈ। ਜਿਹੜਾ ਚੰਦਨ ਦਾ ਬੂਟਾ ਹੈ ਬੜਾ ਛੋਟਾ ਜਿਹਾ ਹੁੰਦਾ ਹੈ, ਕੋਈ ਕੇਵਲ 2-3 ਫੁੱਟ ਦੀ ਉਚਾਈ ਮਸਾਂ ਹੁੰਦੀ ਹੈ ਉਹਦੀ, ਪਰ ਸਾਰਿਆਂ ਨੂੰ ਮਹਿਕਾਉਣ ਦੇ ਸਮਰੱਥ ਹੁੰਦਾ ਹੈ। ਤਾਂ ਇੰਝ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇਹ ਦਾ। ਹੁਣ ਖੇਹ ਹੋਣ ਦਾ ਵਿਚਾਰ ਪਹਿਲਾਂ ਆਪਦੇ ਸਨਮੁਖ ਰੱਖਿਆ ਕਿ ਅਸੀਂ ਆਪਣੀ ਹਸਤੀ ਨੂੰ ਕਈ ਵਾਰੀ ਬੜਾ ਉਚੇਰਾ ਸਮਝ ਰਹੇ ਹੁੰਦੇ ਹਾਂ ਕਈ ਪੱਖਾਂ ਤੋਂ, ਜਿਵੇਂ ਸੁੰਦਰਤਾ ਦਾ ਪੱਖ ਹੈ, ਕਲਾ ਦਾ ਪੱਖ ਹੈ, ਅਮੀਰੀ ਦਾ ਪੱਖ ਹੈ, ਵਿਦਵਤਾ ਦਾ ਪੱਖ ਹੈ, ਇੱਥੋਂ ਤੱਕ ਕਿ ਸੇਵਕ ਹੋਣ ਦੇ ਉੱਤਮ ਪੁਣੇ ਦਾ ਵੀ ਪੱਖ ਹੈ। ਹਰ ਇੱਕ ਪੱਖ 'ਤੇ ਹਉਮੈ ਕਿਤੇ ਨਾ ਕਿਤੇ ਜਾ ਕੇ ਸਟੈਗਨੇਸ਼ਨ ਲੈ ਲੈਂਦੀ ਹੈ, ਉਹ ਖੜੋਤ ਲੈ ਲੈਂਦੀ ਹੈ ਅਤੇ ਮਨੁੱਖ ਸਮਝਦਾ ਮੈਂ ਉਚੇਰਾ ਹਾਂ। ਇਸ ਕਰਕੇ ਹਉਮੈ ਨਿਵਰਤੀ ਦਾ ਨਾ ਇੱਕ ਮਨੋਵਿਗਿਆਨਕ ਉਹਨਾਂ ਨੇ ਨੁਕਤਾ ਦੱਸਿਆ ਵਿਦਵਾਨਾਂ ਨੇ ਕਿ ਪੂਰੇ ਬ੍ਰਹਿਮੰਡ ਦੀ ਕਲਪਨਾ ਆਪਣੀ ਸੁਰਤ ਅੰਦਰ ਲਿਆਓ, ਫਿਰ ਵਿਚਾਰੋ ਕਿ ਇਸ ਬ੍ਰਹਿਮੰਡ ਦੇ ਅੰਦਰ ਕਰੋੜਾਂ ਖੰਡ, ਕਰੋੜਾਂ ਗ੍ਰਹਿ ਹਨ, ਅਨੰਤ ਗ੍ਰਹਿ ਹਨ। ਉਹਨਾਂ ਗ੍ਰਹਿਾਂ ਦੇ ਵਿੱਚੋਂ ਸਾਡੀ ਇੱਕ ਧਰਤ ਹੈ ਪ੍ਰਿਥਵੀ ਦੇ ਉੱਪਰ ਅਨੇਕਾਂ ਦੇਸ਼ ਨੇ, ਅਨੇਕਾਂ ਦੇਸ਼ਾਂ ਦੇ ਵਿੱਚ ਅਨੇਕਾਂ ਪ੍ਰਾਂਤ ਨੇ, ਨਗਰ ਨੇ, ਸ਼ਹਿਰ ਨੇ, ਕਸਬੇ ਨੇ, ਉਹਨਾਂ ਦੇ ਵਿੱਚ ਛੋਟੇ ਮੁਹੱਲੇ ਨੇ, ਫਿਰ ਸਾਡਾ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਛੋਟਾ ਸਾਡਾ ਇੱਕ ਅਸੀਂ,
ਤੇ ਸਾਡੇ ਤੋਂ ਵੀ ਛੋਟੀ ਸਾਡੀ ਆਤਮ ਜੋਤ, ਜਿਹਦਾ ਕੋਈ ਇਕਵਾਰ ਰੂਪ ਰੰਗ ਨਹੀਂ ਹੈ। ਕਿੱਥੇ ਏਡਾ ਵੱਡਾ ਬ੍ਰਹਿਮੰਡ, ਕਿੱਥੇ ਸਾਡਾ ਛੋਟਾ ਜਿਹਾ ਜੀਵਨ। ਇਸ ਛੋਟੇ ਜਿਹੇ ਜੀਵਨ ਨੂੰ ਬ੍ਰਹਿਮੰਡ ਦੇ ਸਾਹਮਣੇ ਰੱਖਾਂਗੇ ਤਾਂ ਫਿਰ ਮਨ ਦੇ ਅੰਦਰ ਕੋਈ ਭਰਮ ਜਾਂ ਅਭਿਮਾਨ ਪੈਦਾ ਨਹੀਂ ਹੋਏਗਾ। ਫਿਰ ਤਾਂ ਆਪਣੀ ਪ੍ਰਤੀਤ ਇੰਨੀ ਕੀ ਆਵੇਗੀ ਕਿ ਰੇਤ ਦੇ ਕਿਣਕੇ ਦੇ ਸਮਾਨ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇਹ। ਹੁਣ ਜਿਹੜੀ ਖੇਹ ਹੈ ਇਹਦੇ ਵਿੱਚ ਇੱਕ ਸਾਧਨਾ ਹੈ। ਇਹ ਖੇਹ ਸ਼ਬਦ ਦੇ ਜੇ ਕੇਂਦਰਿਤ ਰਵਾਂਗੇ ਤਾਂ ਸਾਨੂੰ ਸਾਧਨਾ ਨਹੀਂ ਸਮਝ ਆਏਗੀ। ਖੇਹ ਦਾ ਭਾਵ ਕੀ ਹੈ ਕਿ ਜਿਵੇਂ ਕਈ ਵਾਰੀ ਪੱਥਰ ਟੁੱਟ ਭੱਜ ਜਾਂਦੇ ਹਨ, ਟੁੱਟ ਕੇ ਆਖਰ ਬਹੁਤ ਸਮਾਂ ਉਹਨਾਂ ਦੇ ਉੱਪਰੋਂ ਕੁਝ ਨਾ ਕੁਝ ਗੁਜ਼ਰਦਾ ਰਹਿੰਦਾ ਹੈ ਅਤੇ ਉਹ ਪੀਸੇ ਜਾਂਦੇ ਨੇ ਅਤੇ ਖੇਹ ਵਰਗੇ ਹੋ ਜਾਂਦੇ ਨੇ। ਉਹੀ ਜਿਹੜੀ ਪਹਿਲਾਂ ਮਨ ਦੀ ਰਿਸ ਹੌਲੀ ਹੌਲੀ ਆਪ ਹੀ ਨਿਵਰਤ ਕਰਨੀ ਪੈਂਦੀ ਹੈ। ਰੋਜ਼ਾਨਾ ਗਿਆਨ ਦਾ ਉਪਦੇਸ਼ ਸੁਣ ਕੇ ਜਿਹੜਾ ਮਨ ਦੇ ਹਉਮੈ ਵਾਲੇ ਮੋਟੇ ਹਿੱਸੇ ਬਣੇ ਹੁੰਦੇ ਹਨ ਉਹ ਬਾਰੀਕ ਹੋਣਾ ਸ਼ੁਰੂ ਹੋ ਜਾਂਦੇ ਹਨ। ਫਿਰ ਮਨੁੱਖ ਕਿਉਂਕਿ ਆਪਣੀ ਹਸਤੀ ਨੂੰ ਇਸ ਕਰਕੇ ਹਉਮੈ ਦੀ ਜਿਹੜੀ ਸਾਧਨਾ ਹੈ ਬੜੀ ਕਮਾਲ ਦੀ ਹੈ ਕਿ ਆਪਣੇ ਆਪ ਨੂੰ ਹੀ ਹਰਦਮ ਵਾਚਣਾ ਹੁੰਦਾ ਹੈ ਹਰ ਇੱਕ ਪੱਖ ਤੋਂ, ਚਾਹੇ ਕੋਈ ਵੀ ਪੱਖ ਹੈ। ਤਾਂ ਜਦੋਂ ਉਹ ਬੰਦਾ ਵਾਚਦਾ ਜਾਂਦਾ ਹੈ ਫਿਰ ਉਹਨੂੰ ਸਮਝ ਵੀ ਆਉਂਦੀ ਹੈ ਕਿ ਮੇਰੀ ਅਸਲ ਸਮਰੱਥਾ ਕਿੰਨੀ ਕੁ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਹੁਣ ਖੇ ਦੀ ਕੀ ਹਸਤੀ, ਧੂੜ ਮਿੱਟੀ ਦੀ ਕੀ ਹਸਤੀ ਹੈ, ਸਦਾ ਹੀ ਪੈਰਾਂ ਦੇ ਵਿੱਚ ਪਈ ਰਹਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ ਅਤੇ ਨਿਮਰਤਾ ਨੂੰ ਧਾਰਨ ਕਰਦੇ ਨੇ ਉਹ ਸਾਰਾ ਪੱਖਾਂ ਤੋਂ ਆਪਣੇ ਆਪ ਨੂੰ ਬਹੁਤ ਛੋਟਾ ਜਾਣਦੇ ਨੇ। ਜੇ ਕੋਈ ਉਹਨਾਂ ਦੀ ਵਿਦਵਤਾ ਦੀ ਗੱਲ ਕਰੇ ਤਾਂ ਉਹ ਸਮਝਦੇ ਨੇ, ਜਿਵੇਂ ਇੱਕ ਵਿਦਵਾਨ ਨੂੰ ਪੁੱਛਿਆ ਗਿਆ ਕਿ ਤੁਹਾਡੀ, ਹੁਣ ਮੈਂ ਲੜੀਵਾਰ ਕੁਝ ਨੁਕਤੇ ਰੱਖਦਿਆਂ ਤਾਂ ਕਿ ਪਤਾ ਲੱਗ ਜਾਵੇ ਜਦੋਂ ਕੋਈ ਰੋੜੇ ਤੋਂ ਖੇਹ ਹੁੰਦਾ ਕਿਵੇਂ ਦਾ ਹੋ ਜਾਂਦਾ। ਕਿਸੇ ਵਿਦਵਾਨ ਦੀ ਬੜੀ ਵੱਡੀ ਉਪਮਾ ਸੀ, ਬੜੀ ਉਹਦੀ ਸਿਫਤ ਸੀ। ਤਾਂ ਉਹਨੂੰ ਕਿਸੇ ਉੱਤਮ ਪੁਰਖ ਨੇ ਪੁੱਛਿਆ ਕਿ ਤੁਹਾਡਾ ਗਿਆਨ ਕਿੱਡਾ ਕੁ ਵੱਡਾ ਹੈ। ਉਹਨੂੰ ਸਮੁੰਦਰ ਕੰਢੇ ਲੈ ਗਿਆ। ਉਹ ਇੱਕ ਸੋਟੀ ਉਹਨੇ ਜਿਹੜੀ ਹੈ ਪਾਣੀ ਦੇ ਵਿੱਚ ਮਾਰੀ ਅਤੇ ਕੁਝ ਸਮਾਂ ਕੱਢ ਕੇ ਬਾਹਰ ਟਿਕਾ ਦਿੱਤੀ ਉੱਪਰ। ਕੁਝ ਸਮੇਂ ਬਾਅਦ ਕੁਝ ਕੁ 3-4 ਬੂੰਦਾਂ ਉਸ ਸੋਟੀ ਦੇ ਉੱਪਰ ਅਟਕੀਆਂ ਰਹੀਆਂ, ਜੁੜੀਆਂ ਰਹੀਆਂ ਉਹਦੇ ਨਾਲ। ਕਹਿਣ ਲੱਗਾ ਆਹ ਸਾਰਾ ਗਿਆਨ ਦਾ ਸਮੁੰਦਰ ਅਤੇ ਜਿਹੜਾ ਮੇਰੇ ਕੋਲ ਆਇਆ ਹੈ ਇਹ ਕੇਵਲ ਆਹ ਜਿਹੜੀਆਂ 3-4 ਬੂੰਦਾਂ ਨੇ। ਜਿਉਂ ਧਰਨੀ ਮਹਿ ਖੇਹ। ਅਤੇ ਇਹ ਉਹਦਾ ਇੱਕ ਪੱਖ ਹੈ। ਹੁਣ ਅਗਲਾ ਪੱਖ ਜਿਵੇਂ ਸੇਵਾ ਦਾ ਪੱਖ। ਕਈ ਵਾਰੀ ਮਨੁੱਖ ਆਪਣੀ ਸੇਵਾ ਕੀਤੀ ਨੂੰ ਬੜੀ ਦੀਰਘ ਸਮਝਦਾ ਹੈ। ਤਾਂ ਇਸੇ ਪ੍ਰਕਾਰ ਇੱਕ ਜਗਿਆਸੂ ਕਿਸੇ ਉੱਤਮ ਪੁਰਖ ਦੇ ਕੋਲ ਗਿਆ ਅਤੇ ਉਸਨੇ ਆਪਣੀ ਸੇਵਾ ਦਾ ਅਭਿਮਾਨ ਪ੍ਰਗਟ ਕੀਤਾ, ਉਹਦੀ ਸੇਵਾ ਦੀ ਸਿਫਤ ਪ੍ਰਗਟ ਕੀਤੀ ਕਿ ਤੁਹਾਡੀ ਬੜੀ ਵੱਡੀ ਸੇਵ ਹੈ। ਉਹ ਕਹਿਣ ਲੱਗਾ ਮੇਰੀ ਸੇਵ ਇੱਕ ਦਿਨ ਦੀ ਹੈ, ਕੁਝ ਸਾਲਾਂ ਦੀ ਹੈ। ਇਹਨਾਂ ਪੁਰਖਾਂ ਦੀ ਸੇਵ ਦੇਖ ਜਿਨ੍ਹਾਂ ਦਾ ਹਰ ਪ੍ਰਾਣ ਹਰ ਯਤਨ ਹੀ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਲਈ ਨਿਭਦਾ ਹੈ। ਮਤਲਬ ਕਦੀ ਸਿਮਰਨ ਕਰਕੇ ਸੇਵਾ ਕਰਦੇ ਨੇ, ਕਦੇ ਹਸਤ ਕਮਲ ਕਰਕੇ ਸੇਵਾ ਕਰਦੇ ਨੇ। ਮੈਂ ਆਪਣੀ ਸੇਵਾ ਆਪਣੇ ਧਨ ਦੇ ਅਤੇ ਤਨ ਦੇ ਤਾਣ ਨਾਲ ਨਿਭਾਉਂਦਾ ਹਾਂ। ਇਹ ਸਾਰਾ ਕੁਝ ਨਿਭਾ ਕੇ ਅਤੇ ਇਹ ਅਰਪਣ ਵੀ ਕਰਦੇ ਨੇ। ਮੈਂ ਤਾਂ ਕੇਵਲ ਉਹਦਾ ਛੋਟਾ ਅਰਪਣ ਕਰਦਾ ਕਿ ਕੁਝ ਸਮਾਂ ਉਹਨੂੰ ਦਿੰਦਾ ਆਪਣੇ 24 ਘੰਟਿਆਂ ਦੇ ਵਿੱਚੋਂ। ਇਹ ਪੂਰਾ ਦਿੰਦੇ ਨੇ ਅਤੇ ਇੱਥੋਂ ਤੱਕ ਦੇ ਰਹੇ ਹਨ ਕਿ ਸੇਵਾ ਦੀ ਕਾਰ ਕਮਾਉਂਦੇ ਅਗਰ ਇਹਨਾਂ ਨੂੰ ਪ੍ਰਾਣ ਵੀ ਤਜਣੇ ਪੈਣ ਅਤੇ ਇਹਦੀ ਪਰਵਾਹ ਨਹੀਂ ਕਰਦੇ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇਹ। ਖੇਹ ਹੋ ਗਿਆ ਅਤੇ ਤਾਂ ਹੀ ਛੋਟਾ ਜਾਣਿਆ, ਨਹੀਂ ਤਾਂ ਬੰਦਾ ਸਮਝਦਾ ਮੇਰੀ ਜ਼ਿੰਦਗੀ ਬੜੀ ਕੀਮਤੀ ਹੈ, ਮੈਂ ਇੱਕ ਸੇਵਾ ਦੇ ਕਰਮ 'ਚ ਕਿਉਂ ਲੇਖੇ ਲਾਦਾ, ਆਪਣੀ ਜ਼ਿੰਦਗੀ ਦੇ ਰੰਗ ਤਮਾਸ਼ੇ ਮਾਣਾਂਗਾ। ਪਰ ਖੇਹ ਹੈ, ਖੇਹ ਦਾ ਭਾਰ ਕੋਈ ਨਹੀਂ ਹੁੰਦਾ ਕਿਉਂਕਿ ਜੀਵਨ ਦੀ ਆਪਣੀ ਹਸਤੀ ਦਾ ਹੀ ਬੰਦੇ ਦੇ ਉੱਪਰ ਭਾਰ ਆਉਂਦਾ ਪੈਂਦਾ। ਮਨੁੱਖਤਾ ਆਪ ਦੇ ਸਨਮੁਖ ਪਹਿਲਾਂ ਹੀ ਅਰਜ਼ ਕਰ ਦਿੱਤਾ ਸੀ ਕਿ ਜਦ ਅਸੀਂ ਸਵੇਰੇ ਉੱਠਦੇ ਹਾਂ ਅਤੇ ਸਾਡਾ ਉੱਠਣਾ ਇੱਕ ਹਉਮੈ ਦੇ ਵਿੱਚ ਵੀ ਹੁੰਦਾ ਹੈ ਕਿਉਂਕਿ ਜਿਹੜੀ ਅਸੀਂ ਹਸਤੀ ਆਪਣੀ ਸਮਝ ਰਹੇ ਹੁੰਦੇ ਹਾਂ ਉਹਨੂੰ ਫਿਰ ਆਪਣੀ ਯਾਦਦਾਸ਼ਤ 'ਚ ਬਚਾ ਕੇ ਅਤੇ ਚੱਲਣ ਲੱਗ ਪੈਂਦੇ ਹਾਂ। ਕੋਈ ਰਾਜਨੀਤੀਵਾਨ ਸਵੇਰੇ ਆਮ ਬਣ ਕੇ ਨਹੀਂ ਉੱਠਦਾ, ਕੋਈ ਵੀ ਵਿਦਵਾਨ ਆਮ ਬਣ ਕੇ ਨਹੀਂ ਉੱਠਦਾ, ਕੋਈ ਅਮੀਰ ਸਵੇਰੇ ਗਰੀਬ ਬਣ ਕੇ ਨਹੀਂ ਉੱਠਦਾ। ਉਹ ਸਵੇਰੇ ਉੱਠਦਿਆਂ ਉਹਦੀ ਸਿਮਰਤੀ ਫਿਰ ਚਾਲੂ ਹੋ ਜਾਂਦੀ ਹੈ ਕਿ ਮੈਂ ਆਹ ਹਾਂ ਅਤੇ ਫਿਰ ਉਹ ਸਾਰਾ ਦਿਨ ਉਹਦੇ ਵਿੱਚ ਹੀ ਜੀਵਨ ਬਤੀਤ ਕਰਦਾ ਹੈ। ਤਾਂ ਇੰਝ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿ ਖੇਹ। ਕਿ ਜਿਵੇਂ ਧਰਤੀ ਦੇ ਵਿੱਚ ਖੇਹ ਹੋ ਜਾਂਦੀ ਹੈ, ਹੁੰਦੀ ਹਲਕੀ ਹੈ, ਤਾਂ ਇੰਝ ਹੀ ਆਪਣੀ ਸਾਧਨਾ ਕਰਨੀ ਪੈਂਦੀ ਹੈ ਅਤੇ ਨਿਵਰਤ ਕਰਨਾ ਪੈਂਦਾ ਹੈ ਆਪਣੇ ਆਪ ਨੂੰ। ਆਪ ਜੀ ਦੇ ਸਨਮੁਖ ਇੱਕ ਨਿਮਰ ਹੋਣ ਦਾ, ਜਿਵੇਂ ਜੋ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇਹ, ਇਹਦਾ ਭਾਵ ਹੈ ਕਿ ਨਿਰਭਾਰ ਹੋ ਜਾਣਾ।
ਕਿ ਜਿਹੜੀ ਸਾਡੀ ਹਸਤੀ ਦੇ ਸਾਡੇ ਮਾਨਸਿਕ ਰੂਪ ਦੇ ਵਿੱਚ ਯਾਦਾਸ਼ਤ ਰੂਪ ਦੇ ਵਿੱਚ ਭਾਵ ਬਣੇ ਨੇ ਉਹਨਾਂ ਨੂੰ ਹੌਲੀ ਹੌਲੀ ਨਿਮਨ ਕਰ ਲੈਣਾ। ਨਹੀਂ ਤਾਂ ਇਸ ਤਰ੍ਹਾਂ ਵੀ ਹੋ ਸਕਦਾ ਕਿ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਉਦਾਸੀਆਂ ਦੇ ਦੌਰਾਨ ਮੁਲਤਾਨ ਗਏ। ਜਦੋਂ ਮੁਲਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਪ੍ਰਵੇਸ਼ ਪਾਇਆ, ਭਾਈ ਮਰਦਾਨਾ ਜੀ ਰਬਾਬ ਦੇ ਸਹਿਤ ਉੱਥੇ ਕੀਰਤਨ ਕੀਤਾ ਤਾਂ ਮੁਲਤਾਨ ਦੇ ਪੀਰਾਂ ਫਕੀਰਾਂ ਨੂੰ ਪਤਾ ਲੱਗ ਗਿਆ ਕਿ ਸਗਲ ਲੋਕਾਈ ਦੇ ਵਿੱਚ ਆਪਣੇ ਗਿਆਨ ਸਦਕਾ ਲੋਕਾਈ ਦਾ ਕਲਿਆਣ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਥੇ ਪਹੁੰਚ ਚੁੱਕੇ ਹਨ। ਅਤੇ ਮੁਲਤਾਨ ਪਹਿਲਾਂ ਹੀ ਪੀਰਾਂ ਫਕੀਰਾਂ ਦੀ ਜਿਹੜੀ ਸੀ ਧਰਤੀ ਕਿਹਾ ਜਾਂਦਾ ਸੀ। ਤਾਂ ਉਹਨਾਂ ਨੇ ਸਾਰਿਆਂ ਨੇ ਕੀ ਕੀਤਾ ਕਿ ਰਮਜ ਰੂਪ ਦੇ ਵਿੱਚ ਇੱਕ ਦੁੱਧ ਦਾ ਕਟੋਰਾ ਉੱਪਰ ਤੱਕ ਭਰ ਕੇ ਗੁਰੂ ਨਾਨਕ ਸਾਹਿਬ ਜੀ ਪਾਸ ਭੇਜ ਦਿੱਤਾ। ਅਤੇ ਜਦੋਂ ਇੱਕ ਮੁਰੀਦ ਉਹਨਾਂ ਦਾ ਕਟੋਰਾ ਲੈ ਕੇ ਉੱਤੋਂ ਤੱਕ ਭਰਿਆ, ਜਰਾ ਜਿੰਨੀ ਵੀ ਦੁੱਧ ਦੇ ਵਿੱਚ ਪਾਉਣ ਦੀ ਥਾਂ ਨਹੀਂ ਸੀ, ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਪੇਸ਼ ਕੀਤਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਤਰਫ ਦੇਖ ਕੇ ਕਿਹਾ, ਭਾਈ ਸਾਹਿਬ ਕੋਈ ਰਮਜ ਬੁੱਝੇ ਹੋ? ਭਾਈ ਮਰਦਾਨਾ ਜੀ ਕਿਹਾ, ਸਤਿਗੁਰੂ ਨਹੀਂ, ਮੇਰੀ ਇੰਨੀ ਸਮਰੱਥਾ ਨਹੀਂ, ਆਪ ਹੀ ਕਿਰਪਾ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਇਹਨਾਂ ਪੀਰਾਂ ਫਕੀਰਾਂ ਨੇ ਇੱਕ ਰਮਜ ਰੂਪ ਦੇ ਵਿੱਚ ਸਾਡੇ ਸਾਹਮਣੇ ਨੁਕਤਾ ਭੇਜਿਆ ਹੈ ਕਿ ਇਹ ਜਿਹੜਾ ਮੁਲਤਾਨ ਹੈ ਇਹ ਪੀਰਾਂ ਫਕੀਰਾਂ ਦੇ ਨਾਲ ਇੰਨਾ ਭਰਿਆ, ਤੁਹਾਡੀ ਇੱਥੇ ਕੋਈ ਲੋੜ ਨਹੀਂ, ਤੁਹਾਡੇ ਸਮਾਉਣ ਜੋਗੀ ਇੱਥੇ ਜਗ੍ਹਾ ਨਹੀਂ, ਇੱਥੇ ਬੰਦਗੀ ਗਿਆਨ ਸਾਰਾ ਕੁਝ ਬੜਾ ਭਰਪੂਰ ਹੈ। ਅਤੇ ਕਹਿੰਦੇ ਇਹਨਾਂ ਤਾਂ ਕਰਕੇ ਦੁੱਧ ਦਾ ਕਟੋਰਾ ਜਿਹੜਾ ਹੈ ਉੱਪਰ ਤੱਕ ਭਰ ਕੇ ਭੇਜਿਆ ਕਿ ਇਹਦੇ ਵਿੱਚ ਜਰਾ ਜਿੰਨੀ ਵੀ ਥਾਂ ਨਹੀਂ ਹੈ। ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ, ਫਿਰ ਸਤਿਗੁਰੂ ਇਹਨਾਂ ਦਾ ਉੱਤਰ ਕੀ ਬਣਦਾ ਹੈ? ਨੇੜੇ ਇੱਕ ਚੰਬੇਲੀ ਦਾ ਰੁੱਖ ਸੀ, ਉੱਥੇ ਫੁੱਲ ਲਟਕ ਰਿਹਾ ਸੀ, ਖਿੜ ਰਿਹਾ ਸੀ। ਗੁਰੂ ਸਾਹਿਬ ਜੀ ਨੇ ਆਰਾਮ ਦੇ ਨਾਲ ਤੋੜਿਆ ਅਤੇ ਉਹਦੇ ਵਿੱਚ ਟਿਕਾ ਦਿੱਤਾ। ਨਾ ਦੁੱਧ ਛਲਕਿਆ, ਨਾ ਕਿਸੇ ਪ੍ਰਕਾਰ ਹੋਰ ਕੁਝ ਪਾਉਣਾ ਪਿਆ, ਅਤੇ ਗੁਰੂ ਸਾਹਿਬ ਜੀ ਨੇ ਵਾਪਸ ਭੇਜ ਦਿੱਤਾ। ਅਤੇ ਜਦੋਂ ਮੁਲਤਾਨ ਦੇ ਪੀਰਾਂ ਨੇ ਇਹ ਦੇਖਿਆ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮਨ ਹੀ ਮਨ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਫੁੱਲ ਟਿਕਾਉਣ ਦਾ ਭਾਵ ਕੀ ਸੀ ਕਿ ਜਗਤ ਵਿੱਚ ਤੁਹਾਡੇ ਵਾਂਗ ਨਹੀਂ ਰਹਾਂਗਾ, ਕਿ ਤੁਸੀਂ ਅਗਰ ਫਕੀਰੀ ਵੀ ਕਮਾ ਲਈ, ਗਿਆਨ ਵੀ ਕਮਾ ਲਿਆ, ਅਤੇ ਤੁਹਾਡਾ ਗਿਆਨ ਪਵਨ ਵਰਗਾ ਨਹੀਂ ਹੋ ਸਕਿਆ। ਜਿਵੇਂ ਹਵਾ ਹੈ, ਕੋਈ ਆਕਾਰ ਰੂਪ ਰੰਗ ਨਹੀਂ ਹੈ, ਸਭ ਜਗ੍ਹਾ ਵਿਆਪਤ ਵੀ ਹੈ ਪਰ ਕੋਈ ਭਾਰ ਨਹੀਂ ਮਹਿਸੂਸ ਹੁੰਦਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਤੁਸੀਂ ਪੀਰੀ ਫਕੀਰੀ ਤਾਂ ਧਾਰਨ ਕਰ ਲਈ, ਪਰ ਉਹਦੇ ਨਾਲ ਧਰਤੀ 'ਤੇ ਵੀ ਸਪੇਸ ਬਣਾ ਛੱਡੀ, ਜਦ ਕਿ ਆਪਣੀ ਜਿਹੜੀ ਗੁਣ ਦੀ ਸਪੇਸ ਵੀ, ਆਪਣੇ ਸਰੀਰ ਦੀ ਸਪੇਸ ਵੀ ਮਿਟਾਉਣੀ ਸੀ, ਆਪਣੇ ਗੁਣ ਦੀ ਵੀ ਸਪੇਸ ਮਿਟਾਉਣੀ ਸੀ। ਹੁਣ ਤੁਹਾਡਾ ਗੁਣ ਹਉਮੈ ਦੇ ਵਿੱਚ ਪੈ ਕੇ ਮੁਲਤਾਨ ਤੱਕ ਹੀ ਲਿਮਟ ਹੋ ਗਿਆ ਹੈ, ਅਤੇ ਇੱਥੇ ਉਹ ਭਾਰ ਬਣਾ ਰਹੇ, ਇਸ ਕਰਕੇ ਦੂਜੇ ਦੀ ਆਮਦ ਨਹੀਂ ਹੋਣ ਦੇ ਰਿਹਾ। ਪਰ ਜਿਹੜੀ ਮੇਰੀ ਹਸਤੀ ਹੈ, ਜਿਹੜੀ ਅਕਾਲ ਪੁਰਖ ਦੀ ਬੰਦਗੀ ਵਿੱਚ ਲੀਨ ਹੈ, ਉਹ ਚਮੇਲੀ ਦੇ ਫੁੱਲ ਵਰਗੀ ਹੈ ਕਿ ਇਹ ਰਹੇਗੀ ਵੀ, ਪਰ ਇਹਦਾ ਤੁਹਾਨੂੰ ਭਾਰ ਨਹੀਂ ਵਿਆਪੇਗਾ, ਕਿਉਂਕਿ ਇਹਦੇ ਵਿੱਚ ਇੰਨਾ ਹਲਕਾਪਣ ਹੈ। ਹੁਣ ਜਿਵੇਂ ਫੁੱਲ ਦਾ ਭਾਰ ਬਹੁਤ ਥੋੜ੍ਹਾ ਹੁੰਦਾ ਹੈ, ਪਰ ਉਹਦੀ ਮਹਿਕ ਬਹੁਤ ਦੂਰ ਤੱਕ ਹੁੰਦੀ ਹੈ, ਉਹਦੀ ਸੁੰਦਰਤਾ ਬੜੀ ਦੂਰ ਤੱਕ ਜਾਂਦੀ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਰਮਜ ਦੁਆਰਾ ਉਹਨਾਂ ਨੂੰ ਇਹ ਗਿਆਨ ਕਰਾਇਆ ਕਿ ਮੇਰੇ ਅੰਦਰ ਨਿਮਰਤਾ ਦਾ ਐਡਾ ਵੱਡਾ ਆਲਮ ਚੱਲ ਰਿਹਾ ਹੈ ਕਿ ਮੇਰੀ ਹਸਤੀ ਕਿਸੇ ਨੁਕਤੇ ਤੋਂ ਵੀ ਭਾਰ ਨਹੀਂ ਬਣੇਗੀ। ਜੇ ਤੁਸੀਂ ਮੰਨਦੇ ਹੋ ਨਾ ਕਿ ਨਗਰ ਭਰਪੂਰ ਹੈ, ਤਾਂ ਵੀ ਮੇਰੀ ਹਸਤੀ ਇੰਨੀ ਬਾਰੀਕ ਹੈ ਕਿ ਇਹਦੇ ਵਿੱਚ ਜਿਹੜੀ ਹੈ ਸਮਾ ਜਾਏਗੀ, ਇਹਦੇ ਵਿੱਚ ਆਪਣਾ ਥਾਂ ਫਿਰ ਵੀ ਇਹ ਕਿਸੇ ਨਾ ਕਿਸੇ ਨੁਕਤੇ ਤੋਂ ਬਣਾ ਲਏਗੀ। ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਨਿਮਰਤਾ ਸਿਖਾਈ ਹੈ। ਹਰ ਭਇਓ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਨਿਓ ਨਾ ਜਾਈ, ਕਹੋ ਕਮੀਰ ਕੁਲ ਜਾਂਤ ਪਾਤ ਤਜ, ਚੀਤੀ ਹੋਏ ਚੁਨ ਖਾਈ। ਕਿ ਹੁਣ ਧਰਨੀ ਮਹਿ ਖੇਹ, ਜੇ ਬਾਰੀਕ ਹੋਣਾ ਹੈ ਤਾਂ ਆਪਣੀ ਹਸਤੀ ਨੂੰ ਵੀ ਨਿਮਨ ਕਰਕੇ ਲਿਆਉਣਾ ਪਏਗਾ। ਆਖਰ ਉਸ ਨੁਕਤੇ 'ਤੇ ਲਿਆਉਣਾ ਪਏਗਾ ਜਿੱਥੇ ਆ ਕੇ ਕੋਈ ਮਨ ਦਾ ਅਭਿਮਾਨ ਬਾਕੀ ਹੀ ਨਾ ਰਹੇ। ਇਸ ਕਰਕੇ ਸਿਆਣੇ ਕਹਿੰਦੇ ਨੇ, ਜਦੋਂ ਆਪਣਾ ਧਨ ਦੇਖਣਾ ਹੋਵੇ ਨਾ ਤਾਂ ਅਗਲੇ ਦਾ ਦੇਖੋ, ਅਤੇ ਜਦੋਂ ਧਨ ਦੇਖਣਾ ਹੋਵੇ ਮਗਰਲੇ ਦਾ ਦੇਖੋ, ਅਤੇ ਜਦੋਂ ਧਰਮ ਦੇਖਣਾ ਹੋਵੇ ਅਗਲੇ ਦਾ ਦੇਖੋ। ਕਿਉਂ? ਜਦੋਂ ਧਨ ਦੇਖੋਗੇ ਅਗਲੇ ਦਾ ਮਗਰਲੇ ਦਾ, ਤਾਂ ਪਤਾ ਲੱਗੇਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਮੇਰੇ ਅੰਦਰ ਸ਼ੁਕਰਾਨਾ ਨਹੀਂ ਹੈ, ਪਰ ਮੇਰੇ ਤੋਂ ਨਿਮਨ ਵਾਲਾ ਵੀ ਤਾਂ ਇੰਨੇ ਥੋੜ੍ਹੇ 'ਚ ਜਿਉਂ ਰਿਹਾ ਹੈ। ਧਰਮ ਦੇਖਣਾ ਕਿ ਮੈਂ ਬੜਾ ਉੱਤਮ ਹੋ ਗਿਆ ਹਾਂ, ਅਗਲੇ ਦਾ ਦੇਖੋ ਕਿ ਉਹਦੀ ਸਾਧਨਾ ਮੇਰੇ ਨਾਲੋਂ ਕਿੱਡੀ ਵੱਡੀ ਹੈ, ਉਹਦੀ ਪ੍ਰੀਤ, ਉਹਦਾ ਨੇਮ, ਉਹਦੀ ਸਾਧਨਾ ਜ਼ਿਆਦਾ ਸਸ਼ਕਤ ਹੈ। ਇਸ ਕਰਕੇ ਉਹ ਤੁਹਾਡੀ ਪ੍ਰੇਰਣਾ ਬਣੇਗਾ। ਜੋ ਧਰਨੀ ਮਹਿ ਖੇਹ, ਤਾਂ ਕਰਕੇ ਕਿ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ
कि रोड़े वाली निमरता छड्ड दिओ। केवल इन्ना कहना कि मैं किसी दे बोल कबोल सहार लेना। हुण जदों धरनी मैं खे किहा भगत कबीर साहब जी ने, तां उन्हां दे विच एक होर भी भाव ये है कि जदों कोई निंदिया दा कर्म तुहाडे सन्मुख प्रगट हुंदा है तुहाडे प्रति, उहनूं खे रूप दे विच लाओ। खेह रूप दा भाव की है कि जे ਉਹਨੂੰ ਅਸੀਂ ਉਹਦੇ ਸਮੁੱਚੇ ਵਾਕ 'ਤੇ ਧਿਆਨ ਧਰਾਂਗੇ ਤਾਂ ਸਾਡੀ ਹਸਤੀ ਸਾਨੂੰ ਫਿਰ ਭਰਮ ਬਣਿਆ ਰਹੇਗਾ। ਉਹਦੇ ਵਾਕ ਦੇ ਇੱਕ ਹਿੱਸੇ ਨੂੰ ਲਓ ਜਿਹੜਾ ਕੇਵਲ ਉਹਦੇ ਕਿਸੇ ਅੰਤਰੀਵ ਵਿੱਚੋਂ ਪ੍ਰਗਟ ਹੋ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ। ਹੁਣ ਭਗਤ ਕਬੀਰ ਸਾਹਿਬ ਜੀ ਇੱਕ ਇਸ ਸਲੋਕਾਂ ਦੇ ਵਿੱਚ ਗੱਲ ਨੋਟ ਕਰਨ ਵਾਲੀ ਹੈ ਕਿ ਪਹਿਲਾਂ ਭਗਤ ਕਬੀਰ ਸਾਹਿਬ ਜੀ ਨੇ ਦਾਸ ਸ਼ਬਦ ਵਰਤਿਆ ਪਹਿਲੇ 'ਚ ਵੀ, ਦੂਜੇ 'ਚ ਵੀ ਦਾਸ ਵਰਤਿਆ। ਇਹਦਾ ਭਾਵ ਹੈ ਕਿ ਨਿਮਰਤਾ ਦਾਸ ਰੂਪ ਹੋ ਕੇ ਕਮਾਈ ਜਾ ਸਕਦੀ ਹੈ। ਦਾਸ ਰੂਪ ਦਾ ਹੋਣ ਭਾਵ ਹੁੰਦਾ ਹੈ ਕਿ ਸਮਰੱਥਾਵਾਂ ਹੋਣੀਆਂ, ਤਾਣ ਹੋਣੇ, ਪਰ ਉਹਨਾਂ ਤਾਣਾਂ ਦਾ ਨਾ ਕੋਈ ਗੁਮਾਨ ਹੋਣਾ, ਨਾ ਕੋਈ ਮਾਨਸਿਕ ਜ਼ਿਕਰ ਹੋਣਾ, ਕੇਵਲ ਆਪਣੇ ਆਪ ਦੇ ਵਿੱਚ ਹੀ ਇੱਕ ਖਾਸ ਤਰ੍ਹਾਂ ਦੀ ਮਗਨਤਾ ਦੇ ਵਿੱਚ ਰਹਿਣਾ। ਤਾਂ ਕਰਕੇ ਜਿਹੜੀ ਨਿਮਰਤਾ ਇਹ ਪਹਿਲੇ ਪੱਧਰ 'ਤੇ ਇਉਂ ਹੀ ਧਾਰਨ ਕੀਤੀ ਜਾ ਸਕਦੀ ਹੈ ਕਿ ਮੌਖਿਕ ਧਾਰਨ ਕਰੋ, ਫਿਰ ਜਿਵੇਂ ਜਿਵੇਂ ਇਹਦੀ ਸਾਧਨਾ ਚੱਲਦੀ ਜਾਏਗੀ ਇਹਦੇ ਵਿੱਚੋਂ ਹੀ ਫਿਰ ਸਮਝ ਆਏਗਾ ਕਿ ਹਉਮੈ ਦੀਰਘ ਰੋਗ ਕਿਵੇਂ ਹੁੰਦਾ ਹੈ। ਜਿਵੇਂ ਜਿਵੇਂ ਸਾਧਨਾ ਚੱਲਦੀ ਜਾਂਦੀ ਹੈ ਫਿਰ ਤਾਂ ਹੁੰਦਾ ਹੈ। ਤਾਂ ਕਰਕੇ ਗੁਰਮੁਖਾਂ ਦਾ ਕੋਈ ਅਪਮਾਨ ਨਹੀਂ ਕਰ ਸਕਦਾ, ਕਿਉਂਕਿ ਇੱਕ ਕਿਣਕੇ ਦਾ ਕੋਈ ਕੀ ਅਪਮਾਨ ਕਰੇਗਾ। ਜਿਹਦੀ ਹਸਤੀ ਨਹੀਂ ਬਾਕੀ ਰਹੀ, ਜਿਹਦੀ ਹਸਤੀ ਬੜੀ ਬਾਰੀਕ ਹੋ ਗਈ, ਉਹਦਾ ਅਪਮਾਨ ਵੀ ਕੋਈ ਕੀ ਕਰ ਸਕੇਗਾ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ, ਜਿਨ੍ਹਾਂ ਨੇ ਗੁਰੂ ਸ਼ਬਦ ਨਾਲ ਜੁੜ ਕੇ ਆਪਣੀ ਮੱਤ ਦਾ ਜਿਹੜਾ ਅਭਿਮਾਨ ਸੀ ਉਹਨੂੰ ਵਿਸਾਰਿਆ, ਆਪਣੇ ਸਰੀਰ ਦੀ ਹੰਗਤਾ ਨੂੰ ਨਿਵਾਰਿਆ, ਆਪਣੀ ਜਿਹੜੀ ਸਿਮਰਤੀ ਸੀ ਉਹਦੇ ਮਲੀਨ ਪੁਣੇ ਨੂੰ ਨਿਵਾਰਿਆ। ਜਦੋਂ ਸਾਰੇ ਪੱਖ ਨਿਵਾਰ ਲਏ ਤਾਂ ਫਿਰ ਉਹਨਾਂ ਨੂੰ ਸਮਝ ਆਇਆ ਕਿ ਹੁਣ ਸਾਡਾ ਜੀਵਨ ਨਿਰਭਾਰ ਹੋ ਗਿਆ ਹੈ ਅਤੇ ਇੱਕ ਖੇਹ ਦੇ ਸਮਾਨ ਹੋ ਗਏ ਆ। ਹੁਣ ਕੋਈ ਬਹੁਤੀ ਵੱਡੀ ਹਸਤੀ ਨਹੀਂ ਹੈ। ਰੋੜਾ ਹੁੰਦਿਆਂ ਤਾਂ ਇਹ ਗੱਲ ਬਣੀ ਰਹਿ ਸਕਦੀ ਸੀ ਕਿ ਕੋਈ ਨਾ ਕੋਈ ਅਪਮਾਨ ਕਰਦਾ ਰਹੇਗਾ, ਠੋਕਰ ਪੈਂਦੀ ਰਹੇਗੀ, ਪਰ ਜਦੋਂ ਖੇਹ ਹੀ ਹੋ ਗਿਆ ਉਦੋਂ ਆਪਣੀ ਹਸਤੀ ਨੂੰ ਬੜਾ ਬਾਰੀਕ ਕਰ ਲਿਆ ਹੈ। ਤਾਂ ਕਰਕੇ ਇੱਕ ਅਧਿਆਤਮਿਕ ਜਗਤ ਵਿੱਚ ਗੱਲ ਕਹੀ ਜਾਂਦੀ ਹੈ ਕਿ ਪੱਥਰ ਜੇ ਪੱਥਰ ਹੀ ਬਣਨਾ ਹੈ ਤਾਂ ਨਦੀ ਦੇ ਵਿੱਚ ਰਹਿ ਕੇ ਪੱਥਰ ਬਣੋ। ਕਾਰਨ ਕਿ ਬਾਹਰ ਪੱਥਰ ਬਣੇ ਰਹੋਗੇ ਤੁਹਾਡੀ ਹਸਤੀ ਉੱਡੀ ਰਹੇਗੀ, ਹਉਮੈ ਦਾ ਭਾਵ ਉੱਡਾ ਹੀ ਰਹੇਗਾ। ਜਲ ਦੇ ਵਿੱਚ ਰਹੋਗੇ, ਰੋਜ਼ਾਨਾ ਵਹਿੰਦਾ ਹੋਇਆ ਜਲ ਤੁਹਾਡੇ ਤੋਂ ਗੁਜ਼ਰੇਗਾ, ਉਹ ਇੱਕ ਦਿਨ ਤੁਹਾਡੀ ਹਸਤੀ ਨੂੰ ਰੇਤ ਕਰ ਦੇਗਾ। ਅਤੇ ਜਦੋਂ ਰੇਤ ਹੋ ਜਾਓਗੇ ਫਿਰ ਦੁਨੀਆ ਦੇ ਸਗਲ ਦਰਿਆਵਾਂ ਦੀ ਜਿਹੜੀ ਸੈਰ ਕਰ ਲਓਗੇ। ਮਤਲਬ ਜੇ ਗੁਰੂ ਸ਼ਬਦ ਨਾਲ ਜੁੜੇ ਰਹੋਗੇ ਅਤੇ ਰੋਜ਼ਾਨਾ ਥੋੜ੍ਹੀ ਬਹੁਤ ਹਉਮੈ ਨਿਵਰਤ ਹੁੰਦੀ ਰਹੇਗੀ ਅਤੇ ਜੀਵਨ ਦੇ ਵਿੱਚ ਜਿਹੜਾ ਮਲੀਨਤਾ ਖੜੋਤ ਬਣਨੀ ਹੈ ਉਹ ਨਹੀਂ ਬਣੇਗੀ ਅਤੇ ਵਹਿਣ ਬਣੇ ਰਹੋਗੇ। ਰੋਜ਼ਾਨਾ ਸਿੱਖ ਦੀ ਪ੍ਰੈਕਟਿਸ ਵਿੱਚ ਰਹੋਗੇ ਅਤੇ ਜੇ ਕੇਵਲ ਨਾਮ ਸਿੱਖ ਰੱਖ ਕੇ ਗੁਰੂ ਸ਼ਬਦ ਨਾਲ ਨਹੀਂ ਜੁੜੇ ਤਾਂ ਉਹ ਨਾਮ ਕੇਵਲ ਸਿੱਖ ਰਹਿ ਜਾਏਗਾ। ਜੀਵਨ ਦੇ ਵਿੱਚ ਗੁਣਾਂ ਦਾ, ਬੰਦਗੀ ਦਾ, ਸ਼ਬਦ ਵਿਚਾਰ ਦਾ, ਅਭਿਆਸ ਦਾ ਇੱਕ ਵਹਿਣ ਨਹੀਂ ਬਣੇਗਾ। ਅਤੇ ਜਿੰਨਾ ਚਿਰ ਵਹਿਣ ਨਹੀਂ ਬਣੇਗਾ ਉਹਨਾਂ ਚਿਰ ਤੁਹਾਡੀ ਹਸਤੀ ਧਰਤੀ ਦੇ ਲਈ ਕੋਈ ਕੰਟਰੀਬਿਊਸ਼ਨ ਨਹੀਂ ਕਰ ਸਕੇਗੀ, ਨਾ ਬੰਦਗੀ ਦੇ ਨੁਕਤੇ ਤੋਂ, ਨਾ ਸੇਵਾ ਦੇ ਨੁਕਤੇ ਤੋਂ। ਇਸ ਕਰਕੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਜਿਵੇਂ ਖੇ ਦੀ ਕੋਈ ਹਸਤੀ ਨਹੀਂ ਹੈ ਉਵੇਂ ਹੀ ਆਪਣੀ ਹਸਤੀ ਦੇ ਭਾਵ ਨੂੰ ਜਿਹੜਾ ਨਿਮਨ ਕਰਨਾ। ਇਸ ਕਰਕੇ ਦੋ ਇਹਦੇ ਵਿੱਚ ਮੈਂ ਆਪਦੇ ਸਨਮੁਖ ਹੁਣ ਤੱਕ 4 ਨੁਕਤੇ ਰੱਖੇ ਨੇ, ਦੁਬਾਰਾ ਆਪਦੇ ਸਨਮੁਖ ਅਰਜ਼ ਕਰਦਿਆਂ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਦਾ ਪਹਿਲਾ ਭਾਵ ਇਹ ਹੈ ਕਿ ਬਹੁਤ ਵਾਰੀ ਆਪਣੇ ਅਵਗੁਣਾਂ ਤੋਂ ਆਪ ਜਾਣੂ ਹੋ ਕੇ ਜਾਂ ਦੂਜੇ ਦੁਆਰਾ ਜਦੋਂ ਜਾਣੂ ਹੋਣਾ ਅਤੇ ਆਪਣੀ ਹਸਤੀ ਦੀ ਜਿਹੜੀ ਬੜੀ ਵਿਸ਼ਾਲਤਾ ਬਣੀ ਹੈ ਉਹਨੂੰ ਖੇਹ ਦੇ ਵਾਂਗ ਬਾਰੀਕ ਕਰਕੇ ਵਾਚਣਾ ਅਤੇ ਫਿਰ ਸਮਝ ਲੈਣਾ ਮੇਰੀ ਹਸਤੀ ਕੁਝ ਵੀ ਨਹੀਂ ਹੈ, ਪਹਿਲਾ ਭਾਵ। ਦੂਜਾ ਭਾਵ ਹੈ ਕਿ ਖੇਹ ਹੋਈ ਦਾ ਭਾਵ ਕੀ ਹੈ, ਜਿਉਂ ਧਰਨੀ ਮੈਂ ਖੇਹ ਦਾ ਭਾਵ ਕੀ ਹੈ ਕਿ ਉਹਨੇ ਸਾਧਨਾ ਕੀਤੀ ਹੈ। ਇੱਕ ਰੋੜੇ ਨੂੰ ਖੇਹ ਹੋਣ ਦੇ ਲਈ ਕਈ ਸਾਲ ਲੱਗੇ ਨੇ। ਇਸ ਤਰ੍ਹਾਂ ਰੋਜ਼ਾਨਾ ਸ਼ਬਦ ਵਿਚਾਰ ਦੇ ਨਾਲ ਆਪਣੀ ਮੱਤ, ਮਨ ਦੇ ਅਭਿਮਾਨ ਉੱਪਰ ਚੋਟ ਮਾਰਨੀ ਹੈ ਤਾਂ ਕਿ ਉਹ ਬਾਰੀਕ ਹੋ ਜਾਵੇ। ਇਸ ਕਰਕੇ ਗੁਰੂ ਸ਼ਬਦ ਨਾਲ ਜੁੜੇ ਰਹਿਣਾ ਹੈ। ਫਿਰ ਖੇਹ ਹੋਣ ਦਾ ਤੀਜਾ ਭਾਵ ਕੀ ਹੈ ਕਿ ਖੇਹ ਜਦੋਂ ਹੋ ਜਾਂਦੀ ਉਹਦੀ ਕੋਈ ਹਸਤੀ ਬਾਕੀ ਨਹੀਂ ਰਹਿੰਦੀ। ਜਦੋਂ ਮਨੁੱਖ ਨਿਮਰਤਾ ਦੇ ਨੁਕਤੇ ਤੋਂ ਖੇਹ ਧੂੜ ਮਿੱਟੀ ਵਰਗਾ ਹੋ ਗਿਆ ਅਤੇ ਉਹਦਾ ਜ਼ਿਕਰ ਭਾਵੇਂ ਬਾਹਰੀ ਤੌਰ 'ਤੇ ਕਿੰਨਾ ਹੋਵੇ ਪਰ ਉਹ ਅੰਤਰੀਵ ਰੂਪ ਦੇ ਵਿੱਚ ਇਮਾਨਦਾਰੀ ਦੇ ਨਾਲ ਪ੍ਰਵਾਨ ਕਰਦਾ ਕਿ ਮੇਰੀ ਹਸਤੀ ਇੰਨੀ ਕੁ ਹੈ। ਤਾਂ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿ ਖੇਹ। ਇੱਕ ਪ੍ਰਮਾਣ ਸਨਮੁਖ ਰੱਖ ਕੇ ਵਿਚਾਰ ਦਾ ਨੁਕਤਾ ਸਪਸ਼ਟ ਕਰਦਿਆਂ, ਇੱਕ ਜਗਿਆਸੂ ਕਿਸੇ ਮਹਾਤਮਾ ਦੇ ਕੋਲ ਗਿਆ।
ਤੇ ਉਹਦੇ ਕੋਲ ਜਾ ਕੇ ਕਹਿਣ ਲੱਗਾ, ਜੀ ਮੈਂ ਤੁਹਾਡੇ ਬਾਬਤ ਸੁਣਿਆ ਤੁਸੀਂ ਕਿਸੇ ਸਮੇਂ ਬੜੇ ਵੱਡੇ ਵਿਦਵਾਨ ਰਹੇ ਹੋ, ਮੈਂ ਤੁਹਾਡੀ ਬੜੀ ਵੱਡੀ ਮਹਿਮਾ ਸੁਣੀ ਹੈ, ਮੈਨੂੰ ਆਪਣੀ ਸਾਰੀ ਵਿਦਵਾਨੀ ਦਾ ਤੱਤ-ਸਾਰ ਦੱਸਿਓ, ਜਿੰਨੀ ਤੁਹਾਡੀ ਵਿਦਵਤਾ ਹੈ। ਉਹ ਕੁਝ ਸਮਾਂ ਚੁੱਪ ਰਿਹਾ, ਬਾਅਦ 'ਚ ਉਹਨੇ ਪੈਨ ਕਾਗਜ਼ ਲਿਆ, ਉਹਦੇ ਉੱਪਰ ਉਹਨੇ ਪ੍ਰੇਮ ਸ਼ਬਦ ਲਿਖ ਦਿੱਤਾ। ਪ੍ਰੇਮ ਸ਼ਬਦ ਲਿਖ ਦਿੱਤਾ, ਕਹਿੰਦਾ ਇਹ ਮੇਰੀ ਵਿਦਵਾਨੀ ਦਾ ਸਾਰ ਹੈ। ਕਹਿਣ ਲੱਗਾ, ਜੀ ਕਿਸ ਤਰ੍ਹਾਂ, ਮੈਂ ਸਮਝਿਆ ਨਹੀਂ। ਕਹਿੰਦਾ ਦੁਨੀਆ, ਅਸੀਂ ਮਾਲਕ ਨੂੰ ਆਕਾਸ਼ ਵਿੱਚ ਮੰਨਦੇ ਹਾਂ, ਪਤਾਲ ਵਿੱਚ ਮੰਨਦੇ ਹਾਂ, ਦੁਨਿਆਵੀ ਜਗਤ 'ਚ ਵੀ ਮੰਨਦੇ ਆ, ਪਰ ਦੁਨਿਆਵੀ ਜਗਤ 'ਚ ਮੰਨਦਿਆਂ ਹੋਇਆਂ ਸਾਡਾ ਕੋਈ ਅਭਿਆਸ ਐਸਾ ਨਹੀਂ ਹੁੰਦਾ ਜਿਹਦੇ ਤੋਂ ਪਤਾ ਲੱਗ ਸਕੇ ਕਿ ਵਾਕਿਆ ਅਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣਦੇ ਹਾਂ। ਕਹਿੰਦਾ ਮੇਰੀ ਵਿਦਵਤਾ ਦਾ ਸਾਰ ਹੈ ਕਿ ਜਦੋਂ ਤੇਰੇ ਹਿਰਦੇ ਅੰਦਰ ਪ੍ਰੇਮ ਉਪਜ ਗਿਆ ਤਾਂ ਉਸ ਪ੍ਰੇਮ ਦਾ ਵਣਜਾਰਾ ਬਣ ਕੇ ਤੂੰ ਜਗਤ ਵਿੱਚ ਵਿਚਰਿਆ ਤਾਂ ਦੁਨੀਆ ਦਾ ਹਰੇਕ ਮਨੁੱਖ ਤੈਨੂੰ ਰੱਬ ਦੀ ਮੂਰਤ ਨਜ਼ਰ ਆਏਗਾ। ਇਹ ਮੇਰੀ ਵਿਦਵਤਾ ਦਾ ਸਾਰ ਹੈ। ਬੜਾ ਨਿਹਾਲ ਹੋਇਆ। ਫਿਰ ਕਹਿਣ ਲੱਗਾ ਕਿ ਜੀਵਨ ਦਾ ਅਸਲ ਸੂਤਰ ਕੀ ਹੈ। ਕਹਿਣ ਲੱਗਾ ਜੀਵਨ ਦਾ ਅਸਲ ਸੂਤਰ ਆਪਣੇ ਜੀਵਨ ਦੇ ਅੰਦਰ ਪਏ ਹੋਏ ਬੀਜ ਦੀ ਪਛਾਣ ਕਰ ਲੈਣਾ ਹੈ। ਕਹਿੰਦਾ ਕਿਸ ਤਰ੍ਹਾਂ। ਕਹਿੰਦਾ ਇਸ ਢੰਗ ਦੇ ਨਾਲ ਕਿ ਕਹਿੰਦਾ ਆਪਣੀ ਹਸਤੀ ਨੂੰ ਅਸੀਂ ਸਮਝਦੇ ਹਾਂ ਮੇਰਾ ਨਾਮ ਹੈ, ਜਾਤ ਕੁੱਲ ਰੁਤਬਾ ਹੈ। ਕਹਿੰਦਾ ਆਪਣੇ ਬੀਜ ਨੂੰ ਪਛਾਣਨਾ ਕਿ ਮੈਂ ਅਸਲ ਆਤਮ ਜੋਤ ਹਾਂ। ਜੇ ਮੈਂ ਇਹ ਨਾ ਹੋਵਾਂ ਤਾਂ ਮੈਂ ਬਾਕੀ ਕੁਝ ਨਹੀਂ। ਇਸ ਕਰਕੇ ਇਸ ਨੂੰ ਪਛਾਣਨਾ ਹੀ ਜੀਵਨ ਦਾ ਸੂਤਰ ਹੈ। ਫਿਰ ਕਹਿਣ ਲੱਗਾ ਜੀਵਨ ਦੀ ਸਾਧਨਾ ਕਿਵੇਂ ਦੀ ਹੋਣੀ ਚਾਹੀਦੀ ਹੈ। ਕਹਿੰਦਾ ਜੀਵਨ ਦੀ ਸਾਧਨਾ ਉਵੇਂ ਦੀ ਹੋਣੀ ਚਾਹੀਦੀ ਹੈ ਕਿ ਜਿਵੇਂ ਇੱਕ ਜਿਹੜਾ ਫਲ ਹੈ ਉਹ ਆਪਣੀਆਂ ਕਈ ਅਵਸਥਾਵਾਂ ਦੇ ਵਿੱਚ ਗੁਜ਼ਰ ਕੇ ਫਿਰ ਰਸ ਤੱਕ ਪੁੱਜਦਾ ਹੈ, ਪਰ ਇਹਦੇ ਵਿੱਚ ਉਹ ਕਾਲ ਨਹੀਂ ਕਰਦਾ, ਪ੍ਰਕਿਰਤੀ 'ਤੇ ਰਹਿੰਦਾ ਹੈ। ਰੋਜ਼ਾਨਾ ਥੋੜ੍ਹਾ ਥੋੜ੍ਹਾ ਸੇਕ ਸਹਾਰਦਾ ਹੈ, ਫਿਰ ਉਹਦੇ ਅੰਦਰ ਦੀ ਖਟਾਸ ਮਿਠਾਸ ਬਣਦੀ ਹੈ ਅਤੇ ਫਿਰ ਪ੍ਰਵਾਨ ਚੜ੍ਹਦਾ। ਇਸ ਕਰਕੇ ਜੀਵਨ ਦੀ ਸਾਧਨਾ ਕੀ ਹੈ ਕਿ ਆਪਣੇ ਜੀਵਨ ਦੇ ਵਿੱਚ ਜਿਹੜੀ ਅਵਗੁਣਾ ਗੁਨਾਹਾਂ ਕਰਕੇ ਖਟਾਸ ਬਣਦੀ ਹੈ ਉਹਨੂੰ ਰੋਜ਼ਾਨਾ ਆਪਣੀ ਆਤਮ ਸਾਧਨਾ ਦੇ ਨਾਲ ਇੱਕ ਖਾਸ ਤਰ੍ਹਾਂ ਦਾ ਤੇਜ ਪਹੁੰਚਾਉਂਦੇ ਰਹੋ, ਤਾਂ ਕਿ ਤੁਹਾਡੇ ਜਿਹੜੇ ਗੁਣ ਵਿਪਰੀਤ ਹੋ ਕੇ, ਕਿਉਂਕਿ ਰੋੜਾ ਮਾਰ ਖਾਂਦਾ ਤਾਂ ਹੈ ਪਰ ਦੂਜੇ ਨੂੰ ਵੀ ਥੋੜ੍ਹਾ ਕਸ਼ਟ ਪਹੁੰਚਾਉਂਦਾ ਹੈ। ਇਸ ਤਰ੍ਹਾਂ ਕਈ ਵਾਰੀ ਗੁਣ ਹੁੰਦੇ ਤੇ ਹਨ ਪਰ ਦੂਜੇ ਦਾ ਲਾਭ ਕਰਦਿਆਂ ਵੀ ਥੋੜ੍ਹਾ ਬਹੁਤ ਨੁਕਸਾਨ ਕਰ ਦਿੰਦੇ ਨੇ। ਇਸ ਕਰਕੇ ਨਾ ਤੁਹਾਡੇ ਗੁਣ ਵੀ ਮਿਠਾਸ ਵਾਂਗ ਹੋ ਜਾਣੇ ਚਾਹੀਦੇ ਹਨ। ਫਿਰ ਉਹਨੇ ਅੰਤਿਮ ਪ੍ਰਸ਼ਨ ਕੀਤਾ ਕਿ ਕਹਿੰਦਾ ਜੀਵਨ ਦੇ ਵਿੱਚੋਂ ਜਦ ਪਤਾ ਲੱਗ ਜਾਏ ਕਿ ਪੂਰੀ ਹਸਤੀ ਮਨਫੀ ਹੋ ਗਈ ਹੈ ਫਿਰ ਕੀ ਹੋ ਜਾਂਦਾ ਹੈ। ਕਹਿੰਦਾ ਫਿਰ ਮਨੁੱਖ ਪਾਣੀ ਵਰਗਾ ਹੋ ਜਾਂਦਾ ਹੈ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ, ਜਿਸ ਤਰ੍ਹਾਂ ਦਾ ਵੀ ਹੋਇਆ ਉਸੇ ਤਰ੍ਹਾਂ ਦੇ ਵਹਿਣ ਵਿੱਚ ਪਿਆ ਰਹਿੰਦਾ ਹੈ। ਅਤੇ ਇਹ ਮਨੁੱਖ ਦੀ ਹਸਤੀ ਦੀ ਮਨਫੀ ਹੋਣ ਦੇ ਲੱਛਣ ਹਨ। ਅਤੇ ਇਹਦੀ ਵਿਚਾਰੀ ਅਗਲੇ ਸਲੋਕ ਨਾਲ ਜੁੜਦੀ ਹੈ। ਹਰ ਜਨ ਐਸਾ ਚਾਹੀਐ ਜਿਉਂ ਪਾਨੀ ਸਰਬੰਗ। ਇਹ ਲੜੀ ਵਿੱਚ ਵਾਰ ਵਿਚਾਰ ਕੱਲ੍ਹ ਇਸੇ ਰੂਪ ਦੇ ਵਿੱਚ ਜਾਰੀ ਰਹੇਗੀ। ਸਾਨੂੰ ਭਗਤ ਕਬੀਰ ਸਾਹਿਬ ਜੀ ਨਿਮਰਤਾ ਦੇ 2 ਨੁਕਤੇ ਸਪਸ਼ਟ ਕੀਤੇ ਹਨ ਕਿ ਹਉਮੈ ਨਾਸ਼ ਕਰਨੀ ਹੈ ਤਾਂ ਇਸ ਤਰ੍ਹਾਂ ਕਰੋ ਕਿ ਆਪਣੇ ਮਨ ਦੇ ਸਾਰੇ ਭਾਵ ਨਿਵਰਤ ਕਰ ਲਓ। ਫਿਰ ਉਹਨਾਂ ਨੂੰ ਕੇਵਲ ਰੋੜੇ ਵਾਂਗ ਭਾਵ ਕਿ ਚੋਟਾਂ ਜਰਨੀਆਂ ਪਰ ਮਨ 'ਚੋਂ ਰਿਸ ਨਾ ਜਾਣੀ। ਹੌਲੀ ਹੌਲੀ ਮਨ ਦੀ ਰਿਸ ਨੂੰ ਨਿਵਰਤ ਕਰਕੇ ਖੇਹ ਰੂਪ ਕਰ ਲਓ ਕਿ ਆਪਣੀ ਹਸਤੀ ਨੂੰ ਹੀ ਮਿਟਾਉਣ ਦਾ ਯਤਨ ਕਰ ਲਓ ਜਿਹੜੀ ਹਉਮੈ ਕਰਕੇ ਬਣੀ ਹੋਈ ਹੈ। ਅਤੇ ਫਿਰ ਮਨੁੱਖ ਕਿਸੇ ਨਿਮਰਤਾ ਦੀ ਅਗਲੀ ਪੌੜੀ 'ਤੇ ਆਪਣਾ ਕਦਮ ਰੱਖਦਾ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ। ਜਿੱਥੇ ਅਸੀਂ ਬਾਣੀ ਦੀ ਪਾਵਨ ਵਿਚਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰ ਰਹੇ ਹਾਂ, ਉੱਥੇ ਹੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜਦ ਸਿੱਖੀ ਦੇ ਨਿਰਮਲ ਮਾਰਗ ਦੀ ਆਰੰਭਤਾ ਹੋਈ ਨਾ, ਤਾਂ ਜਿਹੜੇ ਪ੍ਰਥਮ ਸਿੱਖ ਬਣੇ ਉਹਨਾਂ ਸਿੱਖਾਂ ਦੀ ਸ਼ੰਖਲਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਐਸੇ ਪਰਮ ਗੁਰਸਿੱਖ ਹੋਏ ਸਨ ਜਿਨ੍ਹਾਂ ਨੇ ਬਚਪਨ ਦੇ ਵਿੱਚ ਆਪਣੀ ਅਧਿਆਤਮਿਕ ਜਗਿਆਸਾ ਗੁਰੂ ਸਾਹਿਬ ਜੀ ਦੇ ਸਨਮੁਖ ਪ੍ਰਗਟ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਆਪਣੇ ਗਿਆਨ ਦੀ ਐਡੀ ਵੱਡੀ ਜਾਗ ਲਗਾਈ ਕਿ ਇੱਕ ਬਜ਼ੁਰਗ ਸਰੀਰ ਕਰਕੇ ਬਜ਼ੁਰਗੀ ਪ੍ਰਾਪਤ ਕਰਦਾ ਹੈ, ਪਰ ਬਾਬਾ ਬੁੱਢਾ ਜੀ ਨੇ ਬਚਪਨ ਦੇ ਵਿੱਚ ਬਜ਼ੁਰਗੀ ਪ੍ਰਾਪਤ ਕਰਕੇ ਅਤੇ ਗੁਰੂ ਨਾਨਕ ਦੀ ਕਿਰਪਾ ਦੀ ਪਾਤਰਤਾ ਦੇ ਬਣੇ। ਐਸੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ 7 ਕੱਤਕ 22 ਅਕਤੂਬਰ 1506 ਈਸਵੀ ਨੂੰ ਕੱਥੂ ਨੰਗਲ ਵਿਖੇ ਬਾਬਾ ਸੁੱਗਾ ਜੀ ਦੇ ਘਰ ਮਾਤਾ ਗੌਰਾ ਜੀ ਦੀ ਕੁੱਖੋਂ ਐਸੇ ਮਹਾਨ ਗੁਰਸਿੱਖਾਂ ਦਾ ਆਗਮਨ ਹੋਇਆ। 1518 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ ਅਤੇ ਗੁਰੂ ਪਾਰਸ ਨੂੰ ਮਿਲ ਕੇ ਕੰਚਨ ਵਰਗੇ ਹੋ ਗਏ। ਫਿਰ ਜਦੋਂ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਨਗਰ ਦਾ ਨਿਰਮਾਣ ਕਾਰਜ ਆਰੰਭਿਆ, ਉਸ ਦਿਨ ਤੋਂ ਲੈ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਐਸੀ ਅਥੱਕ ਸੇਵਾ ਕਮਾਈ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ।
ਫਿਰ ਜਦੋਂ ਗੁਰੂ ਅੰਗਦ ਦੇਵ ਸਾਹਿਬ ਗੁਰਿਆਈ ਦੀ ਪ੍ਰਾਪਤੀ ਤੋਂ ਬਾਅਦ ਏਕਾਂਤਵਾਸ ਹੋਣ ਲੱਗੇ, ਉਦੋਂ ਸਿੱਖ ਸੰਗਤਾਂ ਦੀ ਰਹਿਨੁਮਾਈ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਆਦਰਸ਼ ਯਾਦ ਕਰਵਾ ਕੇ ਸੰਗਤਾਂ ਦੇ ਭਲੇ ਦੀ ਬੇਨਤੀ ਕੀਤੀ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਪੁੱਤਰਾਂ ਦੇ ਅਨਰਾਦਰ ਕਰਨ ਕਰਕੇ ਬਾਸਰ ਕੇ ਗਿੱਲਾਂ ਦੇ ਨੇੜੇ ਸੰਨ ਇੱਕ ਕੋਠੇ ਵਿੱਚ ਇਕਾਂਤਵਾਸ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਸੰਨ ਲਗਾ ਕੇ ਗੁਰੂ ਸਾਹਿਬ ਜੀ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਕਰਵਾਏ। ਇੰਝ ਹੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਅੰਮ੍ਰਿਤਸਰ ਦਾ ਨਿਰਮਾਣ ਕਾਰਜ ਕੀਤਾ ਤਾਂ ਸਰੋਵਰ ਦੀ ਖੁਦਵਾਈ, ਤਾਂ ਇਸੇ ਤਰ੍ਹਾਂ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਈ। ਉਹਦੀ ਅੱਜ ਵੀ ਨਿਸ਼ਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਬੇਰ ਰੂਪ ਵਿੱਚ ਮੌਜੂਦ ਹੈ। ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਹੀ ਗੁਰੂ ਸਾਹਿਬ ਜੀ ਨੇ ਐਸੀ ਵਡਿਆਈ ਬਖਸ਼ਿਸ਼ ਕੀਤੀ ਕਿ ਮੀਰੀ ਪੀਰੀ ਦੇ ਮਾਲਕ ਦੇ ਆਗਮਨ ਦਾ ਜਿਹੜਾ ਵਾਕ ਹੋਣੇ ਸਨ, ਉਹਨਾਂ ਵਾਕਾਂ ਦੀ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਅਤੇ ਮੀਰੀ ਪੀਰੀ ਦੇ ਮਾਲਕ ਦੀ ਗੁਰਿਆਈ ਦਾ ਤਿਲਕ ਵੀ, ਕਿਰਪਾਨਾਂ ਦਾ ਸੁਸ਼ੋਭਿਤ ਕਰਵਾਉਣਾ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਕਰਵਾਇਆ। ਜਦ ਸਤਿਗੁਰੂ ਸਾਹਿਬ ਜੀ ਗਵਾਲੀਅਰ ਵਿਖੇ ਇੱਥੋਂ ਤੱਕ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੈਨਿਕ ਸਿਖਲਾਈ ਅਤੇ ਹੋਰ ਵਿੱਦਿਆਵਾਂ ਜਿਹੜੀਆਂ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀਆਂ। ਅਤੇ ਇਸੇ ਤਰ੍ਹਾਂ ਗਵਾਲੀਅਰ ਵਿਖੇ ਨਜ਼ਰਬੰਦ ਹੋਣ ਸਮੇਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਸੰਗਤਾਂ ਦੀ ਰਹਿਨੁਮਾਈ ਕੀਤੀ। ਸਭ ਤੋਂ ਵੱਡੀ ਬਖਸ਼ਿਸ਼ 1604 ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦਾ ਜਹਾਜ਼ ਰੱਜ ਕੇ ਸਾਰੀ ਮਨੁੱਖਤਾ ਨੂੰ ਨਵਾਜਿਆ। ਅਤੇ ਉਸ ਮਹਾਂ ਬਖਸ਼ਿਸ਼ ਦੀ ਤਾਬਿਆ ਬਹਿਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ। ਮਤਲਬ ਸਾਨੂੰ ਸਾਰੇ ਸਿੱਖਾਂ ਨੂੰ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਗੁਰਸਿੱਖੀ ਦੇ ਨੁਕਤੇ ਤੋਂ ਅਗਵਾਈ ਦਿਵਾਉਣ ਵਾਲੇ ਬਾਬਾ ਬੁੱਢਾ ਜੀ ਹਨ। ਇਸ ਪ੍ਰਕਾਰ ਆਜੀਵਨ ਪਰ ਗੁਰੂ ਪ੍ਰੀਤ, ਗੁਰੂ ਸ਼ਬਦ ਦੀ ਕਮਾਈ ਕਰਦਿਆਂ, ਗੁਰੂ ਕੀਆਂ ਅਨੰਤ ਬਖਸ਼ਿਸ਼ਾਂ ਨੂੰ ਮਾਣਦਿਆਂ ਹੋਇਆਂ ਆਪਣਾ ਇੱਕ ਇੱਕ ਸਵਾਸ ਸਫਲ ਕਰਕੇ ਅਤੇ ਬੜੇ ਮਨੁੱਖ ਨੂੰ, ਬੜੀ ਲੋਕਾਈ ਨੂੰ ਇਸ ਜਗਤ ਦੇ ਵਿੱਚ ਗੁਰੂ ਦੀ ਚਰਨ ਪ੍ਰੀਤ ਦੀ ਪ੍ਰੇਰਣਾ ਬਖਸ਼ਿਸ਼ ਕਰਕੇ ਕਲਿਆਣ ਕਰਦੇ ਰਹੇ ਅਤੇ ਮਨੁੱਖਤਾ ਨੂੰ ਨਵਾਜ਼ਿਸ਼ ਕਰਦੇ ਰਹੇ। ਐਸੇ ਪਰਮ ਪੁਰਖ ਬਾਬਾ ਬੁੱਢਾ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮਨਾਉਂਦੇ ਆ। 514ਵਾਂ ਉਹਨਾਂ ਦਾ ਆਗਮਨ ਪੁਰਬ ਹੈ, ਜਿਹੜਾ ਅੱਜ ਕੱਥੂ ਨੰਗਲ ਸਾਹਿਬ ਵਿਖੇ, ਬੀੜ ਬਾਬਾ ਬੁੱਢਾ ਸਾਹਿਬ ਵਿਖੇ, ਇਸੇ ਪ੍ਰਕਾਰ ਰਮਦਾਸ ਵਿਖੇ ਜਾਂ ਹੋਰ ਜਿੱਥੇ ਸਿੱਖ ਸੰਗਤਾਂ ਭਾਵਨਾ ਰੱਖਦੀਆਂ ਹਨ, ਉੱਥੇ ਬੜੀ ਭਾਵਨਾ ਦੇ ਨਾਲ ਮਨਾਇਆ ਜਾਂਦਾ। ਅਸੀਂ ਵੀ ਉਹਨਾਂ ਦੇ ਜੀਵਨ ਨੂੰ ਵਿਚਾਰ ਰੂਪ ਦੇ ਵਿੱਚ ਉਹਨਾਂ ਦੇ ਜੀਵਨ ਦੀ ਕਰਨੀ ਨੂੰ ਚਿਤਾਰਦਿਆਂ ਹੋਇਆਂ ਸਜਦਾ ਕਰ ਰਹੇ ਹਾਂ। ਗੁਰੂ ਸਾਹਿਬ ਦੀ ਕਿਰਪਾ ਕਰਨ, ਐਸੇ ਗੁਰਸਿੱਖਾਂ ਦੀ ਜੀਵਨ ਕਰਨੀ ਸਾਡੇ ਜੀਵਨ ਦੀ ਪ੍ਰੇਰਣਾ ਅਤੇ ਅਮਲ ਬਣੇ। ਅਸੀਂ ਗੁਰਸਿੱਖੀ ਦੇ ਐਸੇ ਆਦਰਸ਼ਾਂ ਨੂੰ ਕਮਾ ਕੇ, ਉਹਦੇ ਵਿੱਚ ਵਾਕ ਆਉਂਦਾ ਸੇਵਕ, ਗੁਰਬਾਣੀ 'ਚ ਵਾਕ ਆਉਂਦਾ ਸੇਵਕ ਕੀ ਓੜਕ ਨਿਭਹੀ ਪ੍ਰੀਤ। ਬਚਪਨ ਦੇ ਵਿੱਚ ਬਖਸ਼ਿਸ਼ ਹੋਈ 1518 ਦੇ ਕੁੱਲ 125 ਸਾਲ ਦੀ ਆਜੂ ਰਹੀ ਬਾਬਾ ਬੁੱਢਾ ਸਾਹਿਬ ਜੀ ਦੀ। 1518 ਵਿੱਚ ਗੁਰੂ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ, ਜੀਵਨ ਦੀ ਕਾਇਆ ਕਲਪ ਹੋ ਗਈ ਅਤੇ 1631 ਈਸਵੀ ਤੱਕ ਜੀ ਸੱਚਖੰਡ ਪਧਾਰਨ ਤੱਕ ਦੀ ਜਿਹੜੀ ਸਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਸਨਮੁਖ ਕਿੱਡੀ ਵੱਡੀ ਬਖਸ਼ਿਸ਼ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਫਾ ਕਿਹਾ ਸੀ ਕਿ ਜੇ ਸਾਰੀ ਦੁਨੀਆ ਤੋਂ ਮੇਰਾ ਸਰੂਪ ਓਹਲੇ ਹੋ ਜਾਵੇ ਨਾ ਤਾਂ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਤੋਂ ਨਹੀਂ ਹੋਏਗਾ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਹੋਰ ਬਖਸ਼ਿਸ਼ ਮੰਗ ਲਈ ਕਿ ਅੱਜ ਮੇਰਾ ਜੀਵਨ ਤੁਹਾਡੇ ਹਸਤ ਕਮਲਾਂ ਦੇ ਨਾਲ ਸਵਰਿਆ ਹੈ ਅਤੇ ਜਦੋਂ ਮੇਰੇ ਜੀਵਨ ਦਾ ਇਸ ਦੁਨਿਆਵੀ ਨੁਕਤੇ ਤੋਂ ਅੰਤ ਹੋਣਾ ਹੈ, ਉਦੋਂ ਵੀ ਮੈਨੂੰ ਤੁਹਾਡੇ ਮੁਬਾਰਕ ਹਸਤ ਕਦਮਾਂ ਦੀ ਜਿਹੜੀ ਹੈ ਛੋਹ ਚਾਹੀਦੀ ਹੈ। ਅਤੇ ਇਸੇ ਬਖਸ਼ਿਸ਼ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਕੀ ਡਰੌਲੀ ਤੋਂ ਰਮਦਾਸ ਇੱਕ ਦਿਨ ਦੇ ਵਿੱਚ ਸਫ਼ਰ ਪੂਰਾ ਕਰਕੇ ਉਹਨਾਂ ਦੇ ਜੀਵਨ ਦੇ ਸਵਰੇ ਹੋਏ ਪਣ ਨੂੰ ਨਿਭਾਇਆ ਸੀ। ਐਸੇ ਗੁਰਸਿੱਖਾਂ ਨੂੰ ਸਜਦਾ ਕਰ ਰਹੇ ਹਾਂ। ਗੁਰੂ ਕਿਰਪਾ ਕਰੇ, ਗੁਰਸਿੱਖੀ ਜੀਵਨ ਦੀ ਸਾਧਨਾ, ਸ਼ਬਦ ਦੀ ਕਮਾਈ, ਗੁਰੂ ਕੀ ਕਾਰ ਅਨੁਸਾਰ ਚੱਲਣ ਦਾ ਨੇਮ ਸਾਡਾ ਸਾਰਿਆਂ ਦਾ ਬਣ ਜਾਏ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੀ, ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨ ਉਪਮਾ ਦੀ ਵਰਣਨ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।